जम्मू कश्मीर ਦੇ ਵਿੱਚ 5 ਭਾਸ਼ਾਵਾਂ ਨੂੰ ਮਾਨਤਾ ਦਿੱਤੀ। ਉਹ ਕਿਹੜੀਆਂ ਨੇ? ਉਰਦੂ, ਹਿੰਦੀ, ਕਸ਼ਮੀਰੀ, ਡੋਗਰੀ ਅਤੇ ਇੰਗਲਿਸ਼। ਲੇਕਿਨ ਰੌਲਾ ਹੈ ਕਿ ਜਿਹੜੀ ਪੰਜਾਬੀ ਆ, ਜਿਹਦਾ ਬੇਸ ਸੀ, ਉਹਨੂੰ ਖਤਮ ਕੀਤਾ ਗਿਆ। ਕਿਉਂ ਖਤਮ ਕੀਤਾ ਗਿਆ? ਕਿ ਡੋਗਰੀ ਅਤੇ ਪੰਜਾਬੀ ਦੇ ਵਿੱਚ ਕੀ ਮੁੱਢਲੇ ਤੌਰ 'ਤੇ ਫਰਕ ਆ? ਜੰਮੂ ਦੇ ਵਿੱਚ ਕਿੰਨੇ ਕੁ ਲੋਕ ਪੰਜਾਬੀ ਬੋਲਦੇ ਰਹੇ ਨੇ, ਅਤੇ ਹੁਣ ਅਗਰ ਪੰਜਾਬੀ ਉੱਥੋਂ ਮਨਫੀ ਕੀਤੀ ਗਈ ਆ ਸੂਬੇ ਦੀ ਭਾਸ਼ਾਵਾਂ ਦੇ ਵਿੱਚੋਂ, ਉਹਦੀ ਵਜ੍ਹਾ ਕੀ ਹੈਗੀ ਆ? ਅਤੇ ਪੰਜਾਬੀ ਔਰ ਡੋਗਰੀ ਦਾ ਆਪਸ ਦੇ ਵਿੱਚ ਕੀ ਨੇੜਤਾ? ਇਹ ਸਭ ਕੁਝ ਪੱਖਾਂ ਨੂੰ ਸਮਝਣ ਲਈ ਸਾਡੇ ਨਾਲ ਅੱਜ ਨੇ ਡਾਕਟਰ TR ਸਰੰਗਲ, ਜਿਹੜੇ ਪੰਜਾਬ ਤੋਂ ਸੇਵਾ ਮੁਕਤ ਬਹੁਤ ਹੀ ਉੱਚ ਅਹੁਦੇ ਤੋਂ ਰਿਟਾਇਰ ਹੋਏ ਨੇ, IAS ਅਧਿਕਾਰੀ। ਉਹਨਾਂ ਕੋਲ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਰ, ਮੋਟੇ ਰੂਪ ਦੇ ਵਿੱਚ ਪਹਿਲਾਂ ਸਾਨੂੰ ਇਹ ਦੱਸ ਦਿਓ ਕਿ ਡੋਗਰੀ ਅਤੇ ਪੰਜਾਬੀ, ਇਹਦੇ 'ਚ ਕੀ ਫਰਕ ਆ ਜੀ? ਜਿਹੜੀ ਪੰਜਾਬੀ ਹੈ, ਮੈਂ ਇਹਦਾ ਪਿਛੋਕੜ ਦੱਸਾਂਗਾ ਕਿ ਪੰਜਾਬੀ ਇੱਕ ਬਹੁਤ, ਦੇਖੋ, ਲੈਂਗੁਏਜ ਹਮੇਸ਼ਾ ਇੱਕ ਜਿਓਗ੍ਰਾਫੀਕਲ ਏਰੀਏ ਦੇ ਨਾਲ ਲਿੰਕ ਕੀਤੀ ਜਾਂਦੀ ਹੈ। ਔਰ ਆਪਾਂ ਜਿੱਦਾਂ ਕਿ ਸੁਣਿਆ ਕਿ ਕਹਿੰਦੇ ਕਿ ਹਰ 12 ਕੋਹ ਤੋਂ ਬਾਅਦ ਜਾ ਕੇ ਤੇ ਭਾਸ਼ਾ ਬਦਲ ਜਾਂਦੀ ਸੀਗੀ। ਭਾਸ਼ਾ ਇੱਕਦਮ ਨਹੀਂ ਬਦਲਦੀ, ਉਹ ਹੌਲੀ ਹੌਲੀ ਬਦਲਦੀ ਹੈਗੀ ਹੈ। ਇਹ ਸੱਚ ਹੈ ਕਿ ਬਦਲ ਜਾਂਦੀ ਸੀ ਪਹਿਲੇ, ਕਿਉਂਕਿ ਰੋਕਾਂ ਸਨ, ਰਸਤੇ ਦਰਿਆ ਸਨ, ਅਤੇ ਇੱਕ ਏਰੀਏ ਦੇ ਲੋਕ ਜਿਹੜੇ ਹੋਰ ਭਾਸ਼ਾ ਬੋਲਦੇ ਸਨ। ਅੱਗੇ ਜਾਓਗੇ ਭਾਸ਼ਾ ਤਾਂ ਤਕਰੀਬਨ ਉੱਦਾਂ ਦੀ ਰਹਿੰਦੀ ਸੀ, ਲੇਕਿਨ ਉਹਦਾ ਲਹਿਜਾ ਬੋਲ ਚਾਲ ਦਾ ਬਦਲ ਜਾਂਦਾ ਸੀਗਾ। ਸੋ ਅਸੀਂ ਜੇ ਪੁਰਾਣਾ ਪੰਜਾਬ ਲੈਂਦੇ ਹਾਂ ਅਤੇ ਸਾਡੇ ਕੋਲ ਇੱਕ ਕੇਂਦਰੀ ਪੰਜਾਬ ਹੈ, ਜਿਹਦੇ 'ਚ ਆਪਾਂ ਲਾਹੌਰ ਹੈ, ਗੁਜਰਾਂਵਾਲਾ ਹੈ, ਸਿਆਲਕੋਟ ਹੈ, ਔਰ ਇਹ ਸਾਰਾ ਅੰਮ੍ਰਿਤਸਰ, ਗੁਰਦਾਸਪੁਰ ਦਾ, ਇਹਨੂੰ ਕੇਂਦਰੀ ਪੰਜਾਬ ਅਸੀਂ ਕੇਂਦਰ ਮੰਨਦੇ ਹਾਂ ਪੰਜਾਬ ਦਾ। ਉਸ ਤੋਂ ਬਾਅਦ ਇੱਕ ਪਾਸੇ ਨੂੰ ਅਸੀਂ ਲਹਿੰਦੇ ਵੱਲ ਚਲੇ ਜਾਂਦੇ ਹਾਂ ਅਤੇ ਮੁਲਤਾਨ ਦਾ ਏਰੀਆ ਆਉਂਦਾ। ਮੁਲਤਾਨ ਡਿਵੀਜ਼ਨ ਸੀਗੀ ਪੁਰਾਣੀ, ਅਤੇ ਇੱਧਰ ਨੂੰ ਆਉਂਦੇ ਹਾਂ ਅਤੇ ਇਹ ਜਿਹੜਾ ਸਾਡਾ ਹੈਗਾ, ਇਹ ਸਾਡੀ ਇਹ ਜਿਹੜੀ ਡਿਵੀਜ਼ਨ ਸੀ ਅੰਬਾਲਾ ਡਿਵੀਜ਼ਨ, ਅਤੇ ਇਸ ਤੋਂ ਅੱਗੇ ਵਾਲਾ ਜਿਹੜਾ, ਜਿਹਨੂੰ ਹੁਣ ਅਸੀਂ ਈਸਟ ਪੰਜਾਬ ਕਹਿੰਦੇ ਹਾਂ, ਕਿਉਂਕਿ ਮਾਝੇ ਦਾ ਇਲਾਕਾ ਵੀ 2 ਦੇਸ਼ਾਂ ਦੇ ਵਿੱਚ ਹੁਣ ਵੰਡਿਆ ਗਿਆ ਸੀਗਾ। ਸੋ ਕੇਂਦਰੀ ਪੰਜਾਬ ਤੋਂ ਜਿਉਂ-ਜਿਉਂ ਅਸੀਂ ਹਟਦੇ ਹਾਂ, ਨੌਰਥ ਵੱਲ ਜਾਂਦੇ ਤਾਂ ਪੋਠੋਹਾਰੀ ਹੈ। ਪੋਠੋਹਾਰੀ ਜਿਹੜੀ ਭਾਸ਼ਾ ਹੈਗੀ, ਉਹ ਕਾਫੀ ਹੱਦ ਤੀਕ ਜਿਹੜੀ ਹੈ, ਚਾਹੇ ਉਹਦਾ ਬੋਲਣ ਦਾ ਲਹਿਜਾ ਅਲੱਗ ਹੈ, ਉਹ 'ਚ ਕੁਛ ਅਲੱਗ ਲਫ਼ਜ਼ ਨੇ, ਲੇਕਿਨ ਉਹ ਬਹੁਤ ਈਜ਼ੀਲੀ ਅੰਡਰਸਟੈਂਡੇਬਲ ਹੈਗੀ ਹੈ। ਜਦੋਂ ਅਸੀਂ ਲਹਿੰਦੇ ਵੱਲ ਜਾਂਦੇ ਹਾਂ, ਮੁਲਤਾਨ ਸਾਈਡ ਵੱਲ ਜਾਂਦੇ ਸੀਗੇ, ਮੁਲਤਾਨ ਡਿਵੀਜ਼ਨ 'ਚ ਜਾਂਦੇ ਹਾਂ, ਜਿਹੜੇ ਉਹਦੇ 'ਚ ਪੁਰਾਣੇ ਮੁਲਤਾਨ ਡਿਵੀਜ਼ਨ ਦੇ 6 ਜ਼ਿਲ੍ਹੇ ਸੀਗੇ। ਉਹ 'ਚ ਲੈਲਪੁਰ ਵੀ ਸੀ, ਮਿੰਟ ਗੁੰਮਦੀ ਸੀ, ਮੁਜ਼ੱਫਰਾਬਾਦ ਸੀਗਾ, ਮੁਜ਼ੱਫਰਪੁਰ ਜਿਹੜਾ ਹੈਗਾ, ਅਤੇ ਬਾਕੀ ਜਿਹੜੇ ਸੀਗੇ ਜ਼ਿਲ੍ਹੇ, ਮੁਲਤਾਨ ਆਪਣੇ ਆਪ 'ਚ ਝੰਗ ਵੀ। ਜਿਉਂ-ਜਿਉਂ ਅਸੀਂ ਥੱਲੇ ਨੂੰ ਜਾਂਦੇ ਸੀ ਸਿੰਧ ਵੱਲ ਨੂੰ, ਅਤੇ ਭਾਸ਼ਾ ਜਿਹੜੀ ਹੈ ਬਦਲੀ ਹੈ, ਉਹ ਕਾਫੀ ਬਦਲਾਵ ਹੈ, ਉਸ ਭਾਸ਼ਾ 'ਚ ਕਾਫੀ ਬਦਲਾਵ ਹੈ। ਇਸ ਏਰੀਏ ਨੂੰ ਸਰਾਕੀ ਦਾ ਇਲਾਕਾ ਕਹਿੰਦੇ ਨੇ। ਹਾਲਾਂਕਿ ਇਹਦੇ ਜਿਹੜੇ 2 ਜ਼ਿਲ੍ਹੇ ਸੀ, ਲੈਲਪੁਰ ਤਾਂ ਬਿਲਕੁਲ ਸੈਂਟਰਲ ਪੰਜਾਬ ਵਾਲੀ ਭਾਸ਼ਾ ਸੀਗੀ, ਅਤੇ ਜਦੋਂ ਤੁਸੀਂ ਮਿੰਟ ਗੁੰਮਦੀ, ਜਿਹਨੂੰ ਹੁਣ ਸਾਹੀਵਾਲ ਕਹਿੰਦੇ ਨੇ, ਇਹ ਸਾਡਾ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਨਾਲ ਜਾ ਕੇ ਲੱਗਦਾ ਹੈ। ਹੁਣ ਵੀ ਤੁਸੀਂ ਫਾਜ਼ਿਲਕਾ, ਫਿਰੋਜ਼ਪੁਰ ਜਾਓਗੇ ਤਾਂ ਥੋੜ੍ਹੀ ਜਿਹੀ ਭਾਸ਼ਾ ਬੋਲਣ ਦਾ ਲਹਿਜਾ ਅਲੱਗ ਹੈ। ਅੱਗੇ ਜਾਓਗੇ, ਬਾਰਡਰ ਪਾਰ ਕਰੋਗੇ ਤਾਂ ਜ਼ਿਆਦਾ ਲਹਿਜਾ ਅਲੱਗ ਹੈ, ਪਰ ਫਿਰ ਵੀ ਇਹ ਕਾਫੀ ਕੇਂਦਰੀ ਪੰਜਾਬੀ ਦੇ ਲਾਗੇ ਹੈ। ਲੇਕਿਨ ਜਦੋਂ ਉਸ ਤੋਂ ਥੱਲੇ ਜਾਓਗੇ ਤਾਂ ਜਿਹੜੀ ਸਰਾਕੀ ਬੋਲੀ ਹੈ, ਉਹ ਜਿੱਥੇ ਬਹੁਤ ਸਾਰੇ ਲੋਕ ਹੁਣ ਦਿੱਲੀ 'ਚ, ਕਰਨਾਲ 'ਚ, ਸੋਨੀਪਤ 'ਚ ਵਸੇ ਹੋਏ ਨੇ, ਇਹਨਾਂ ਲੋਕਾਂ ਦੇ ਆਪਣੇ ਘਰਾਂ 'ਚ ਕਦੀ ਜਾਓਗੇ ਤਾਂ ਜਿਹੜੀ ਭਾਸ਼ਾ ਬੋਲਦੇ ਆ, ਅਤੇ ਬਹੁਤ ਸਾਰੀ ਭਾਸ਼ਾ ਸਾਨੂੰ ਸਮਝ ਵੀ ਨਹੀਂ ਆਉਂਦੀ। ਸਰਾਕੀ ਹੈ, ਸਰਾਕੀ। ਇਸੇ ਤਰ੍ਹਾਂ ਹੀ ਇੱਧਰ ਜਦੋਂ ਅਸੀਂ ਆਉਂਦੇ ਹਾਂ, ਇੱਧਰ ਸਿਆਲਕੋਟ ਦੀ ਜਿਹੜੀ ਤਹਿਸੀਲ ਸੀ ਨਾਰੋਵਾਲ, ਅਤੇ ਜੰਮੂ ਦੀ ਸਿਆਲਕੋਟ ਦੀ ਤਹਿਸੀਲ ਜਿਹੜੀ ਇੱਕ ਸਿਆਲਕੋਟ ਤਹਿਸੀਲ, ਅਤੇ ਗੁਰਦਾਸਪੁਰ ਦੀ ਜਿਹੜੀ ਸੀਗੀ ਸ਼ਕਤਗੜ੍ਹ ਤਹਿਸੀਲ, ਇਹ ਸਾਰਾ ਜਿਹੜਾ ਹੈਗਾ, ਇਹ ਵੀ ਡੋਗਰੀ ਭਾਸ਼ਾ, ਇਹਨੂੰ ਡੁੱਗਰ ਦਾ ਇਲਾਕਾ ਇੱਥੋਂ ਸ਼ੁਰੂ ਹੋ ਜਾਂਦਾ ਹੈ। ਇਹ ਡੁੱਗਰ ਦਾ ਇਲਾਕਾ ਫਿਰ ਪੂਰਾ ਜੰਮੂ, ਕਠੂਆ, ਸਾਂਬਾ, ਉਧਮਪੁਰ, ਇਹ ਡੋਡੇ ਤੱਕ ਜਾਏਗਾ, ਉਦੋਂ ਇਹ ਪੁੰਛ ਤੀਕ ਜਾਊਗਾ। ਮਤਲਬ ਜਿਹੜੀ ਡੋਗਰੀ ਆ ਉਹ ਡੁੱਗਰ ਤੇ ਡੁੱਗਰ ਜਿਹੜੇ ਡੋਗਰ ਨੇ, ਡੋਗਰ ਨਹੀਂ, ਡੋਗਰ ਜਿਹੜੇ ਨੇ ਅਲੱਗ ਆ। ਡੋਗਰ ਇੱਕ ਕਬੀਲਾ ਹੈ। ਡੋਗਰ ਜਿਹੜਾ ਸੀ ਮੁਸਲਮਾਨਾਂ ਦੇ ਵਿੱਚ, ਜਿੱਦਾਂ ਸਾਡੇ ਖਾਨਾ ਬਦੋਸ਼ ਲੋਕ ਹੁੰਦੇ ਸਨ, ਲੇਕਿਨ ਬਾਅਦ 'ਚ ਸੈਟਲ ਹੋ ਗਏ। ਦੇ ਆਰ ਮੋਰ ਲਾਈਕ ਗੁੱਜਰਸ। ਡੋਗਰ ਦਾ ਇਹਦਾ ਕੋਈ ਲਿੰਕ ਨਹੀਂ। ਡੁੱਗਰ ਇਲਾਕਾ ਕੀ ਹੈਗਾ? ਡੁੱਗਰ ਜਿੱਥੇ ਡੋਗਰੀ ਬੋਲੀ ਜਾਂਦੀ, ਮੈਂ ਡੁੱਗਰ ਉਸ ਨੂੰ ਕਹਾਂਗਾ ਜਿੱਥੇ ਡੋਗਰੀ ਬੋਲੀ ਜਾਂਦੀ ਹੈ। ਇਹ ਨਾਰੋਵਾਲ ਤੋਂ ਥੱਲੇ ਸ਼ੁਰੂ ਹੁੰਦਾ ਹੋਇਆ ਸਾਡੀ ਦੀਨਾਨਗਰ ਤੋਂ ਇੱਧਰ ਆਉਂਦੇ ਆ
ਤੇ ਸਿਆਲਕੋਟ ਦਾ 2 ਤਹਿਸੀਲਾਂ, ਇਹਦੀ ਫਿਰ ਤੁਹਾਡੀ ਪੁਰਾਣੇ ਗੁਰਦਾਸਪੁਰ ਦੀ ਸ਼ੱਕਰਗੜ੍ਹ ਤਹਿਸੀਲ, ਤੇ ਫਿਰ ਇਹ ਸਾਡਾ ਨਰੋਟ ਦਾ ਏਰੀਆ, ਕਠੂਆ, ਇਹ ਸਾਰਾ ਡੁੱਗਰ ਦਾ ਇਲਾਕਾ ਹੈ। ਇੱਥੇ ਇਹ ਪੰਜਾਬੀ ਹੈ, ਇਹ ਪੰਜਾਬੀ ਦੀ ਇੱਕ ਉਪ ਭਾਸ਼ਾ ਹੈ। ਪੰਜਾਬੀ ਦੀਆਂ ਉਪ ਭਾਸ਼ਾਵਾਂ ਜਿਹੜੀਆਂ ਨੇ ਉਹ ਕੇਂਦਰੀ ਪੰਜਾਬੀ ਇੱਕ ਹੋ ਗਈ, ਜਿਹਨੂੰ ਆਪਾਂ ਮਾਝੀ ਕਹਾਂਗੇ ਜਾਂ ਟਕਸਾਲੀ ਕਹਾਂਗੇ, ਪੋਠੋਹਾਰੀ ਹੋ ਗਈ, ਝਾਂਗੀ, ਮੁਲਤਾਨੀ ਜਾਂ ਸਰਾਕੀ ਉਹ ਹੋ ਗਈ। ਫਿਰ ਇੱਧਰ ਆਉਂਦੇ ਮਲਵਈ ਹੋ ਗਈ, ਦੁਆਬੀ ਹੋ ਗਈ, ਤੇ ਸਾਡੀ ਪੁਆਂਧ ਹੋ ਗਈ। ਤੇ ਇਸੇ ਤਰ੍ਹਾਂ ਡੋਗਰੀ, ਜਿਹੜਾ ਪਹਾੜ ਦਾ ਇਲਾਕਾ ਜਾ ਕੇ ਪੈਂਦਾ, ਉੱਥੇ ਪਹਾੜੀ ਤੇ ਡੋਗਰੀ, ਇਹ 2 ਉਪ ਬੋਲੀਆਂ ਜਿਹੜੀਆਂ ਨੇ ਇਹ ਵੀ ਪੰਜਾਬ ਦੀਆਂ ਹਨ। ਮਤਲਬ ਬੋਲਣ 'ਚੋਂ ਡੋਗਰੀ ਨੇ, ਪਰ ਜਦੋਂ ਲਿਖਣਗੇ ਤਾਂ ਉਹਨਾਂ ਨੂੰ ਗੁਰਮੁਖੀ ਲਿਖਣੀ ਪਏਗੀ। ਉਹ ਲਿਖਤੀ ਭਾਸ਼ਾ ਦੇ ਵਿੱਚ ਤਾਂ ਨੈਚੁਰਲੀ ਪੰਜਾਬੀ, ਜਿਹੜੀ ਟਕਸਾਲੀ ਪੰਜਾਬੀ ਹੈ, ਜਿਹੜੀ ਸਾਡੀ ਲਿਪੀ, ਉਹਦੇ 'ਚ ਹੀ ਲਿਖਾਂਗੇ। ਪਰ ਇਹ 'ਚ ਵਿਡੰਬਣਾ ਇਹ ਹੈਗਾ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਇਹ ਪਹਿਲੇ ਧਰਮ ਦੇ ਆਧਾਰ 'ਤੇ ਵੰਡੀ ਜਾ ਚੁੱਕੀ ਹੈਗੀ ਹੈ। ਕਿਉਂਕਿ ਜੇ ਆਪਾਂ ਦੇਖੀਏ ਤੇ ਜਿਹੜੇ ਇੱਧਰ ਹੁਣ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ, ਇਹ ਪੰਜਾਬੀ ਜਿਹੜੀ ਲਿਖਦੇ ਨੇ ਗੁਰਮੁਖੀ ਦੇ ਵਿੱਚ, ਲਿਪੀ ਦੇ ਵਿੱਚ, ਤੇ ਜਿਹੜਾ ਲਹਿੰਦਾ ਪੰਜਾਬ ਹੈਗਾ ਉੱਥੇ ਜਿਹੜਾ ਹੈਗਾ ਉਹ ਲਿਖਦੇ ਨੇ ਉਹ ਜਿਹੜੀ ਇਹ ਭਾਸ਼ਾ ਹੈਗੀ ਹੈ ਦੂਜੀ, ਜਿਹੜੀ ਕੀ ਕਹਿੰਦੇ ਨੇ ਇਹਨੂੰ, ਕਿਹੜੀ ਭਾਸ਼ਾ 'ਚ ਲਿਖਦੇ ਨੇ ਉਹ, ਸ਼ਾਹਮੁਖੀ। ਸ਼ਾਹਮੁਖੀ ਤੋਂ ਪਹਿਲੇ ਹੀ ਧਰਮ ਦੇ ਆਧਾਰ 'ਤੇ ਵੰਡੀ ਗਈ ਹੈ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਪੰਜਾਬੀ ਦੀਆਂ ਇਹਨਾਂ ਉਪ ਬੋਲੀਆਂ ਨੂੰ ਜਿਹੜੀਆਂ ਮੈਂ ਦੱਸੀਆਂ ਨੇ, ਇਹ ਦੇਖੋ ਜਿਹੜੀ ਮਤਲਬ ਜੰਮੂ ਤੇ ਹਿਮਾਚਲ ਦੇ ਇਲਾਕੇ 'ਚ ਪਹਾੜੀ ਤੇ ਡੋਗਰੀ, ਜਦੋਂ ਆਪਾਂ ਜੰਮੂ ਵਾਲੇ ਸਾਈਡ 'ਚ ਰਹਿੰਦੇ ਤਾਂ ਡੋਗਰੀ ਡੋਮੀਨੇਟ ਕਰਦੀ ਹੈ। ਜਿਉਂ-ਜਿਉਂ ਪਹਾੜ ਵਾਲੇ ਪਾਸੇ ਤੇ ਹਿਮਾਚਲ ਨੂੰ ਜਾਂਦੇ ਆ, ਕਾਂਗੜਾ ਵੈਲੀ 'ਚ ਜਾਂਦੇ ਆ ਤੇ ਸ਼ਿਮਲਾ ਵੈਲੀ 'ਚ ਜਾਂਦੇ ਆ, ਤੇ ਇਹ ਪਹਾੜੀ ਹੈ, ਉੱਥੇ ਪਹਾੜੀ ਤੇ ਡੋਗਰੀ ਜਿਹੜੀ ਹੈ ਮਿਕਸ ਹੋ ਜਾਂਦੀ ਹੈ। ਫਿਰ ਡੋਗਰੀ ਦੇ ਨਾਲ ਓਬਲੀਕ ਪੰਜਾਬੀ ਰੱਖੀ ਜਾ ਸਕਦੀ ਸੀ। ਇਨਫੈਕਟ ਇੱਕ ਡੋਗਰੀ ਨੂੰ ਇੱਕ ਫੁੱਲ ਫਲੈਜਡ ਭਾਸ਼ਾ ਦਾ ਜਿਹੜਾ ਹੈਗਾ ਆ ਦਰਜਾ ਦੇਣਾ ਜਿਹੜਾ ਹੈਗਾ, ਉਹ ਇੱਕ ਮੇਰਾ ਖਿਆਲ ਹੈ ਗਲਤ ਡਿਸੀਜਨ ਹੈਗਾ। ਕਿਉਂਕਿ ਇਹ ਪੰਜਾਬੀ ਦੀ ਇੱਕ ਉਪ ਭਾਸ਼ਾ ਹੈ, ਡਾਇਲੈਕਟ ਹੈਗੀ ਹੈ, ਇਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਇੱਦਾਂ ਤਾਂ ਆਪਾਂ ਕੱਲ੍ਹ ਨੂੰ ਕਹਾਂਗੇ ਜੀ ਮਲਵਈ ਅਲੱਗ ਹੈ, ਪੁਆਂਧੀ ਵੀ ਅਲੱਗ ਹੈ। ਇਹ ਜਿਹੜੀ ਕੌਂਸਟੀਟਿਊਸ਼ਨ ਅਮੈਂਡਮੈਂਟ ਹੋਈ ਹੈ, 92 ਅਮੈਂਡਮੈਂਟ ਹੋਈ ਹੈ 2003 ਦੇ ਵਿੱਚ ਆ ਕੇ, ਉਸ ਵੇਲੇ ਕਿਸੇ ਨੇ ਇਹ ਖਿਆਲ ਨਹੀਂ ਕੀਤਾ ਕਿ ਡੋਗਰੀ ਜਿਹੜੀ ਹੈ ਇਹਨੂੰ ਇੱਕ ਫੁੱਲ ਫਲੈਜਡ ਭਾਸ਼ਾ ਦੇ ਵਜੋਂ ਮਾਨਤਾ ਦੇਣੀ ਠੀਕ ਨਹੀਂ। ਕਿਉਂਕਿ ਨਾ ਤਾਂ ਇਹ ਲਿਖਤੀ ਦੇ ਵਿੱਚ ਹੈਗੀ ਹੈ, ਲਿਖਤੀ ਹੋਏਗੀ ਤੇ ਪੰਜਾਬੀ ਦਾ ਪਾਰਟ ਹੈਗਾ। ਹੁਣ ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਕਿੱਦਾਂ ਇਹ ਪੰਜਾਬੀ ਹੈ। ਸ਼ਿਵ ਕੁਮਾਰ ਬਟਾਲਵੀ ਜਿਹੜਾ ਹੈਗਾ ਐਡਾ ਵੱਡਾ ਸਾਡਾ ਇੱਕ ਹੋਇਆ ਹੈ, ਸ਼ਾਇਰ ਹੋਇਆ, ਉਹ ਡੁੱਗਰ ਦੇ ਇਲਾਕੇ 'ਚ ਪੈਦਾ ਹੋਇਆ, ਸ਼ੱਕਰਗੜ੍ਹ ਤਹਿਸੀਲ 'ਚ ਪੈਦਾ ਹੋਇਆ, ਜਿੱਥੇ ਡੋਗਰੀ ਬੋਲਦੇ ਸੀ। ਫਿਰ ਉਹ ਚਲੋ ਬਟਾਲੇ ਉਹਨਾਂ ਦਾ ਪਰਿਵਾਰ ਆ ਗਿਆ। ਉਸ ਤੋਂ ਬਾਅਦ ਵੀ ਉਸ ਦਾ ਬੇਸ਼ੱਕ ਜਿਹੜਾ ਜ਼ਿੰਦਗੀ ਦਾ ਹਿੱਸਾ ਬੀਤਿਆ ਜਾ ਕੇ ਬੈਜਨਾਥ ਦੇ ਵਿੱਚ, ਜਿੱਥੇ ਕਿ ਡੋਗਰੀ ਤੇ ਪਹਾੜੀ ਬੋਲਦੇ ਨੇ, ਲੇਕਿਨ ਉਸ ਦੇ ਲਿਟਰੇਚਰ 'ਚ ਕਿਤੇ ਵੀ ਉਹਨੇ ਜੋ ਰਚਨਾਵਾਂ ਕੀਤੀਆਂ ਨੇ ਉਹ 'ਚ ਭਾਵੇਂ ਉਹ ਡੋਗਰੀ ਉਹਦੀ ਆਪਣੀ ਬੋਲੀ ਦਾ ਅਸਰ ਜ਼ਰੂਰ ਹੈ ਕਿਤੇ ਨਾ ਕਿਤੇ, ਲੇਕਿਨ ਉਹ ਲਿਖੀ ਤਾਂ ਗੁਰਮੁਖੀ 'ਚ ਪੰਜਾਬੀ 'ਚ ਲਿਖੀ, ਉਹਨੂੰ ਆਪਾਂ ਪੰਜਾਬੀ ਦਾ ਹੀ ਜਿਹੜਾ ਰਾਈਟਰ ਕਹਿੰਦੇ ਆ ਨਾ, ਠੀਕ ਹੈ ਨਾ ਜੀ। ਇਸ ਤਰ੍ਹਾਂ ਮੇਰੇ ਖਿਆਲ ਦੇ ਵਿੱਚ ਜਦੋਂ ਇਹ ਅਮੈਂਡਮੈਂਟ ਹੋਈ ਸੀ ਉਸ ਵੇਲੇ ਕੋਈ ਸਿਆਣੇ ਬੰਦਿਆਂ ਨੂੰ ਇਹ ਦੱਸ ਦੇਣਾ ਚਾਹੀਦਾ ਸੀਗਾ ਕਿ ਜੀ ਇੱਦਾਂ ਜਿਹੜੀਆਂ ਉਪ ਭਾਸ਼ਾਵਾਂ ਨੂੰ ਇਹ ਅਸੀਂ ਪ੍ਰਥਾ ਪਾਵਾਂਗੇ ਕਿ ਭਾਸ਼ਾਵਾਂ ਦੀਆਂ ਉਪ ਭਾਸ਼ਾਵਾਂ ਨੂੰ ਅਸੀਂ ਇੱਦਾਂ ਮਾਨਤਾ ਦੇ ਕੇ ਇੰਡੀਪੈਂਡੈਂਟ ਤੌਰ 'ਤੇ ਇੱਕ ਨਵਾਂ ਝਗੜਾ ਖੜਾ ਕਰ ਲਵਾਂਗੇ। ਲੱਗਦਾ ਕਿ ਕੋਈ ਸੈਂਟਰ ਸਰਕਾਰ ਦੇ ਜਿਹੜੇ ਮਨਸੂਬੇ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਜੰਮੂ ਕਸ਼ਮੀਰ ਨੂੰ ਅਲੱਗ ਕਰਕੇ 2 ਯੂਟੀ ਬਣਾਤੀ, ਹੁਣ ਜੰਮੂ ਨੂੰ ਸਟੇਟ ਬਣਾਓਗੇ, ਤੇ ਇਹ ਜਿਹੜੀ ਭਾਸ਼ਾ ਤੁਹਾਨੂੰ ਲੱਗਦਾ ਕਿ ਜਿਹੜੇ ਉੱਥੇ ਡੋਗਰੀ ਬੋਲਦੇ ਨੇ ਉਹ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਉਪ ਬੋਲੀ ਨੂੰ ਇੱਕ ਭਾਸ਼ਾ ਦਾ ਦਰਜਾ ਦਿੱਤਾ ਗਿਆ ਜੀ। ਇਹ ਤਾਂ ਦੇਖੋ ਜੀ ਪਿਓਰ ਇੱਕ ਪੋਲਿਟਿਕਸ ਹੈਗੀ ਹੈ। ਮੈਂ ਤਾਂ ਕਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਅਗਰ ਪਿੱਛੇ ਜਾਂਦੇ ਆ ਤੇ ਜੰਮੂ ਦਾ ਜਿਹੜਾ ਰੀਜਨ ਹੈਗਾ ਆ ਇਹ ਇੱਕ ਪੰਜਾਬ ਦਾ ਹੀ ਹਿੱਸਾ ਹੈ। ਕਿਉਂਕਿ ਉਸ ਵੇਲੇ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਜਿੱਦਾਂ ਇੱਧਰ ਮਿਸਲਾਂ ਸੀ, ਉੱਧਰ ਡੋਗਰਿਆਂ ਦਾ ਰਾਜ ਸੀਗਾ, ਪਰ ਕਿਸੇ ਦਾ ਰਾਜ ਹੋਣ ਨਾਲ ਤੇ ਭਾਸ਼ਾ ਨਹੀਂ ਬਦਲ ਜਾਂਦੀ ਨਾ। ਇਹ ਪੰਜਾਬੀ ਭਾਸ਼ਾ ਦਾ ਹੀ ਇੱਕ ਏਰੀਆ ਹੈ ਸਾਰਾ, ਮਲਤਾਨ ਤੋਂ ਲੈ ਕੇ ਜੰਮੂ ਤੀਕ ਇੱਧਰ, ਤੇ ਉੱਧਰ ਜਿਹੜਾ ਹੈਗਾ ਰਾਵਲਪਿੰਡੀ ਮੀਆਂਵਾਲੀ ਤੋਂ ਲੈ ਕੇ ਥੱਲੇ ਸਾਡੇ ਜਮਨਾ ਤੱਕ। ਤੋ ਇਹ ਜੀਓਗ੍ਰਾਫੀਕਲ ਏਰੀਆ ਜਿਹਦੇ ਵਿੱਚ ਪੰਜਾਬੀ ਦਾ ਇਹ ਏਰੀਆ ਹੈਗਾ, ਉਹਦੇ 'ਚ ਜਿਹੜੀ ਹੈਗੀ ਕੋਈ ਤਬਦੀਲੀ ਨਹੀਂ ਕਰ ਸਕਦਾ।
ਆਪਾਂ ਧਰਮਾਂ ਦੀ ਤਬਦੀਲੀ ਤੇ ਕਰ ਸਕਾਂਗੇ, ਲੋਕਾਂ ਦੀ ਤਬਦੀਲੀ ਕਰ ਲਾਂਗੇ, ਜੋ ਮਰਜ਼ੀ ਕਰ ਲਓ, ਲੇਕਿਨ ਭਾਸ਼ਾ ਤੇ ਇੱਕ ਜੀਓਗ੍ਰਾਫੀਕਲ ਏਰੀਆ ਦੇ ਵਿੱਚ ਨੈਚੁਰਲ ਤੌਰ ਤੇ ਡਿਵੈਲਪ ਹੋਈ ਜਿਹੜੀ ਲੋਕ ਬੋਲਦੇ ਆ, ਉਸ ਨੂੰ ਨਾ ਤੇ ਕ੍ਰੀਏਟ ਕੀਤਾ ਜਾ ਸਕਦਾ ਤੇ ਨਾ ਉਸ ਨੂੰ ਇਦਾਂ ਡੈਸੀਮੇਟ ਕੀਤਾ ਜਾ ਸਕਦਾ। ਤੁਸੀਂ ਕਿਹਾ ਕਿ ਜਿਸ ਤਰ੍ਹਾਂ ਇਹਨੂੰ ਵੀ ਬਦਕਿਸਮਤੀ ਦੇ ਧਰਮ ਦੇ ਨਾਮ ਤੇ ਜੋੜਤਾ ਕਿ ਜਿਹੜੀ ਪੰਜਾਬੀ ਮਾਂ ਬੋਲੀ ਜਿਹਨੂੰ ਕਹਿ ਦਿੰਦੇ ਉਹ ਬੋਲਦੇ ਤੇ ਸਾਰੇ, ਲੇਕਿਨ ਉਹ ਬਦਕਿਸਮਤੀ ਦੇ ਨਾਲ ਸਿੱਖਾਂ ਦੇ ਨਾਲ ਜੋੜਤੀ, ਜਿਹੜੀ ਸ਼ਾਹਮੁਖੀ ਉਹ ਮੁਸਲਮਾਨਾਂ ਦੇ ਨਾਲ ਜੋੜ ਦਿੱਤੀ ਹੈਗੀ। ਤੁਹਾਨੂੰ ਲੱਗਦਾ ਕਿ ਹੁਣ ਜਿਹੜੀ ਡੋਗਰੀ ਹੈ ਡੋਗਰਿਆਂ ਦੇ ਨਾਲ ਜੋੜਦੀ ਹੈਗੀ, ਜਾਂ ਜਿਹੜੇ ਡੋਗਰੀ ਹੈ ਉਹਨਾਂ ਦਾ ਜਿਹੜਾ ਰਿਲੀਜਨ ਹੈਗਾ ਉਹ ਇਸ ਕਰਕੇ ਉਹ ਹਿੰਦੂ ਆ ਤੇ ਇਸ ਕਰਕੇ ਉੱਥੇ ਪੰਜਾਬੀ ਕਿਉਂਕਿ ਸਿੱਖਾਂ ਨਾਲ ਜੋੜੀ ਗਈ ਹੈ ਸ਼ੁਰੂ ਤੋਂ, ਤੇ ਇਸ ਕਰਕੇ ਪੰਜਾਬੀ ਨੂੰ ਉੱਥੋਂ ਮਨਫੀ ਕੀਤਾ ਗਿਆ। ਮੈਂ ਤੇ ਕਹਾਂਗਾ ਕਿ ਦੇਖੋ ਇਹ ਸਾਰੀਆਂ ਗਲਤੀਆਂ ਜਿਹੜੀਆਂ ਨੇ, ਸਾਨੂੰ ਪਹਿਲੀ ਗੱਲ ਹੈ ਕਿ ਕਿਸੇ ਵੀ ਧਰਮ ਦੇ ਨਾਲ ਭਾਸ਼ਾ ਨੂੰ ਲਿੰਕ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਕੋਈ ਲੋਕ ਕਹੇ ਕਿ ਜੀ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ, ਜਾਂ ਸਿੱਖ ਹੀ ਕਹਿਣਗੇ ਜੀ ਪੰਜਾਬੀ ਸਾਡੀ ਭਾਸ਼ਾ, ਅਸੀਂ ਇਹਦੇ ਨਾਲ ਬੜੇ ਸੈਂਟੀਮੈਂਟਲ ਹਾਂ, ਚੰਗੀ ਗੱਲ ਹੈ, ਮਾਂ ਬੋਲੀ ਨਾਲ ਹਰ ਬੰਦਾ ਸੈਂਟੀਮੈਂਟਲ ਹੁੰਦਾ। ਮੈਂ ਪੰਜਾਬੀ ਬੋਲਦਾ ਪਿਆ, ਮੈਂ ਵੀ ਬੜਾ ਸੈਂਟੀਮੈਂਟਲ ਹਾਂ, ਲੇਕਿਨ ਸਿੱਖਾਂ ਨਾਲੋਂ ਤਾਂ ਜ਼ਿਆਦਾ ਮੁਸਲਮਾਨ ਪੰਜਾਬੀ ਬੋਲਦੇ ਨੇ, ਇਹ ਵੱਖਰੀ ਗੱਲ ਹੈ। ਕੋਈ ਸ਼ਾਹਮੁਖੀ 'ਚ ਲਿਖਦੇ ਨੇ, ਲੇਕਿਨ ਉਹ ਸਾਡੇ ਨਾਲੋਂ ਚੰਗੀ ਪੰਜਾਬੀ ਬੋਲਦੇ ਨੇ। ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਪੰਜਾਬੀ ਮੇਰੀ ਹੈ ਤੇ ਉਹਨਾਂ ਦੀ ਨਹੀਂ ਹੈ। ਇਸੇ ਤਰ੍ਹਾਂ ਪੰਜਾਬੀ ਡੋਗਰਿਆਂ ਦੀ ਵੀ ਭਾਸ਼ਾ ਹੈ, ਜਿੰਨੀ ਮੇਰੀ ਹੈ, ਜਿੰਨੀ ਪਾਕਿਸਤਾਨ ਵਾਲਿਆਂ ਦੀ ਹੈ, ਜਿੰਨੀ ਮੁਸਲਮਾਨਾਂ ਦੀ, ਜਿੰਨੀ ਸਿੱਖਾਂ ਦੀ, ਉਨੀ ਹਿੰਦੂਆਂ ਦੀ ਵੀ ਭਾਸ਼ਾ ਹੈ, ਤੇ ਉਨੀ ਹੀ ਇਹ ਡੋਗਰਿਆਂ ਦੀ ਵੀ ਭਾਸ਼ਾ ਹੈਗੀ ਹੈ। ਲੱਗਦਾ ਨਹੀਂ ਸਰ, ਜਿਸ ਤਰ੍ਹਾਂ ਪੰਜਾਬ ਦਾ ਮੋਸਟਲੀ ਜਿਹੜਾ ਹਿੰਦੂ ਭਾਈਚਾਰਾ ਹੈਗਾ ਉਹਨਾਂ ਨੇ ਪੰਜਾਬੀ ਦੀ ਬਜਾਏ ਹਿੰਦੀ ਨੂੰ ਮਾਂ ਬੋਲੀ ਲਿਖਾਇਆ। ਹੁਣ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਡੋਗਰੀ ਬੋਲਣ ਵਾਲੇ ਲੋਕ ਨੇ ਉਹ ਹੁਣ ਉੱਥੇ ਆਪਣੀ ਮਾਂ ਬੋਲੀ ਪੰਜਾਬੀ ਲਿਖਾਉਣਗੇ ਜਾਂ ਹਿੰਦੀ ਲਿਖਾਉਣਗੇ? ਦੇਖੋ ਉਹ ਆਪਣੀ, ਕਿਉਂਕਿ ਹੁਣ ਕੌਨਸਟੀਟਿਊਸ਼ਨ ਨੇ ਜਿਹੜੀ ਹੈ 2003 'ਚ ਇਹਨੂੰ ਮਾਨਤਾ ਦੇ ਦਿੱਤੀ ਹੈ ਕੌਨਸਟੀਟਿਊਸ਼ਨ ਲੈਂਗੁਏਜ ਬਣੀ, ਤਾਂ ਵੈਸੇ ਤਾਂ ਪਹਿਲੇ ਵੀ ਡੋਗਰੀ ਹੀ ਲਿਖਾਉਂਦੇ ਹੋਣਗੇ, ਲੇਕਿਨ ਡੋਗਰੀ ਮਤਲਬ ਡੋਗਰੀ ਆਪਣੇ ਆਪ ਵਿੱਚ ਇੱਕ ਮੁਕੰਮਲ ਭਾਸ਼ਾ ਨਹੀਂ ਹੈ। ਇਹ ਪੰਜਾਬੀ ਦੀ ਇੱਕ ਉਪ ਬੋਲੀ ਹੈ, ਲਿਖਾਉਣ ਦੀ ਕੋਈ ਗੱਲ ਨਹੀਂ ਹੈਗੀ, ਲਿਖਾ ਲੈਣ, ਔਰ ਮਾਨਤਾ ਦੇਣ 'ਚ ਵੀ ਕੋਈ ਇਤਰਾਜ਼ ਨਹੀਂ ਹੈ। ਕੌਨਸਟੀਟਿਊਸ਼ਨ ਮਾਨਤਾ ਤਾਂ ਦੇਵੇ, ਲੇਕਿਨ ਉਪ ਬੋਲੀਆਂ ਨੂੰ ਐਜ਼ ਇਟ ਇਜ਼ ਨਾ ਦੇਵੇ। ਪੰਜਾਬੀ ਅਬਲੀਕ ਡੋਗਰੀ, ਪੰਜਾਬੀ ਅਬਲੀਕ ਪਹਾੜੀ, ਜੇ ਦੇਣੀ ਤਾਂ ਦੇ, ਵੈਸੇ ਤਾਂ ਦੇਣ ਦੀ ਲੋੜ ਨਹੀਂ ਹੈ, ਵੈਸੇ ਤਾਂ ਦੇਣ ਦੀ ਲੋੜ ਨਹੀਂ ਹੈਗੀ। ਇਸੇ ਤਰ੍ਹਾਂ ਜਿਹੜੀ ਇਹ 2003 'ਚ ਅਮੈਂਡਮੈਂਟ ਹੋਈ, 92 ਅਮੈਂਡਮੈਂਟ ਹੋਈ ਆ, ਉਹਦੇ ਵਿੱਚ ਮੈਥਲੀ ਨੂੰ ਵੀ ਦਿੱਤੀ ਹੈ ਮਾਨਤਾ ਇੱਦਾਂ ਹੀ। ਹਾਲਾਂਕਿ ਅਗਰ ਤੁਸੀਂ ਦੇਖਿਆ ਜਾਏ ਤਾਂ ਹਿੰਦੀ ਦੇ ਵੀ ਕਈ ਸਰੂਪ ਨੇ। ਹਿੰਦੀ ਦੇ ਇੱਥੋਂ ਜਮਨਾ ਤੋਂ ਸ਼ੁਰੂ ਹੋ ਜਾਓਗੇ ਤਾਂ ਹਿੰਦੀ ਜਿਹੜੀ ਹੈ, ਮਥੁਰਾ 'ਚ ਜਾਓਗੇ ਤਾਂ ਹੋਰ ਹਿੰਦੀ ਹੈ, ਤੁਸੀਂ ਅੱਗੇ ਅਵਧ ਵਿੱਚ ਜਾਓਗੇ ਤਾਂ ਹੋਰ ਹੈ, ਅੱਗੇ ਭੋਜਪੁਰੀ ਸ਼ੁਰੂ ਹੋ ਜਾਏਗੀ, ਫਿਰ ਮੈਥਲੀ ਸ਼ੁਰੂ ਹੋ ਜਾਏਗੀ। ਅਜਿਹੀ ਰੀਤਾਂ ਸ਼ੁਰੂ ਕਰਕੇ ਇੱਕ ਭਾਸ਼ਾ ਨੂੰ ਅੱਗੇ ਉਪ ਬੋਲੀਆਂ 'ਚ ਡਿਵਾਈਡ ਕਰਨਾ, ਜਾਂ ਤਾਂ ਇੱਕ ਪਾਲਿਸੀ ਬਣਾ ਲਓ ਕਿ ਅਸੀਂ ਭਾਸ਼ਾ ਤੇ ਉਪ ਬੋਲੀ ਨੂੰ ਵੀ ਰਿਕੋਗਨਾਈਜ਼ ਕਰਾਂਗੇ, ਉਹਦੇ ਨਾਲ ਦੇਸ਼ ਦੇ ਅੰਦਰ ਹੋਰ ਅਫਰਾ ਤਫਰੀ ਜਿਹੜੀ ਹੈ ਪੈਦਾ ਹੋਏਗੀ। ਕਿਉਂਕਿ ਜਿਹੜੀਆਂ ਭਾਸ਼ਾਵਾਂ ਨੇ, ਕੁੱਲ ਭਾਸ਼ਾਵਾਂ ਜਿਹੜੀਆਂ ਇੰਡੀਆ ਦੇ ਵਿੱਚ ਬੋਲੀਆਂ ਜਾਂਦੀਆਂ ਤਕਰੀਬਨ 1600 ਭਾਸ਼ਾਵਾਂ ਨੇ ਜਿਹੜੀਆਂ ਬੋਲੀਆਂ ਜਾਂਦੀਆਂ, ਉਹ 'ਚੋਂ ਲਿਖਤੀ ਨੇ ਹੈ ਨੇ ਜਾਂ ਨਹੀਂ ਹੈ, ਲੇਕਿਨ ਇਹਨਾਂ ਭਾਸ਼ਾਵਾਂ 'ਚੋਂ ਤਕਰੀਬਨ 200 ਭਾਸ਼ਾਵਾਂ ਐਸੀਆਂ ਨੇ ਜਿਹੜੀਆਂ 10 ਲੱਖ ਤੋਂ 1 ਮਿਲੀਅਨ ਤੋਂ ਵੱਧ ਲੋਕ ਬੋਲਦੇ ਹਨ। ਤੇ ਕੀ ਅਸੀਂ ਇੰਨੀਆਂ ਸਾਰੀਆਂ ਭਾਸ਼ਾਵਾਂ ਨੂੰ ਫਿਰ ਮਾਨਤਾ ਦੇਵਾਂਗੇ? ਮਾਨਤਾ ਦੇਣੀ ਹੈ ਤੇ ਦੇ ਦਿਓ, ਲੇਕਿਨ ਇੱਕ ਮਿਆਦ ਤਾਂ ਰੱਖੋ ਕਿ ਕੀ ਉਹ ਭਾਸ਼ਾ ਜਿਹੜੀ ਹੈ ਪੁਖਤਾ ਭਾਸ਼ਾ ਹੈ, ਉਸ ਭਾਸ਼ਾ ਨੂੰ ਕਿੰਨੇ ਲੋਕ ਬੋਲਦੇ ਹਨ, ਕੀ ਉਹ ਲਿਖਣ ਦੇ ਵਿੱਚ ਵੀ ਭਾਸ਼ਾ ਹੈ ਕਿ ਨਹੀਂ ਹੈ, ਕਿ ਜਾਂ ਉਹ ਉੱਦਾਂ ਹੀ ਹੈ। ਇਹ ਹੁਣ ਵੋਟ ਬੈਂਕ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ। ਇਹ ਤਾਂ ਸਾਰਾ ਵੋਟ ਬੈਂਕ ਨੂੰ ਦੇਖੋ, ਜਿੰਨਾ ਲੋਕਾਂ ਦੀ ਨਫ਼ਰੀ ਹੈ ਜਾਂ ਇੱਕ ਏਰੀਆ ਹੈ, ਉਸ ਏਰੀਏ ਨੂੰ ਦੂਜੇ ਏਰੀਏ ਨੂੰ ਨਖੇੜਨਾ ਹੈ। ਜੰਮੂ ਨੂੰ ਹਮੇਸ਼ਾ ਜੰਮੂ ਵਾਲਿਆਂ ਦਾ ਤੇ ਕਸ਼ਮੀਰ ਵਾਲਿਆਂ ਦਾ ਆਪਸ ਵਿੱਚ ਰਿਹਾ ਹੈ ਕਿ ਜੀ ਉਹਨਾਂ ਨੂੰ ਪਹਿਲ ਮਿਲਦੀ ਹੈ, ਸਾਨੂੰ ਨਹੀਂ ਮਿਲਦੀ। ਇਸ ਚੀਜ਼ ਨੂੰ ਮਾਨਤਾ ਦੇਣ ਦੀ ਖਾਤਰ ਜਿਹੜਾ ਹੈਗਾ ਆ ਇਹ ਕੀਤਾ ਗਿਆ ਹੈ। ਔਰ ਹੋਰ ਤੇ ਹੋਰ ਇਸ ਤੋਂ ਪਹਿਲਾਂ ਜਿਹੜੀ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਗੋਜਰੀ, ਜਿਹੜੀ ਕਿ ਗੁੱਜਰਾਂ ਦੀ ਭਾਸ਼ਾ ਹੈਗੀ ਹੈ, ਗੁੱਜਰਾਂ ਦੀ ਆਪਣੀ ਇੱਕ ਅਲੱਗ ਕਿਸਮ ਦੀ ਭਾਸ਼ਾ ਹੈ ਜਿਹੜੀ ਬੋਲ ਚਾਲ 'ਚ ਹੈ, ਉਹ ਭਾਸ਼ਾ ਨੂੰ ਮਾਨਤਾ ਦਿੱਤੀ ਹੋਈ ਹੈ ਉਸ ਸਟੇਟ ਦੇ ਕੌਨਸਟੀਟਿਊਸ਼ਨ ਨੇ, ਉਸ ਨੂੰ ਆਪਾਂ ਖ਼ਤਮ ਕਰਤਾ। ਮੈਂ ਤਾਂ ਹੋਰ ਕਹਿੰਦਾ ਕਿ ਇੱਕ ਪਾਸੇ ਤਾਂ ਅਸੀਂ ਕਲੇਮ ਕਰਦੇ ਹਾਂ ਕਿ ਜੰਮੂ ਕਸ਼ਮੀਰ ਜਿਹੜਾ ਹੈ ਸਾਡੇ ਕੋਲ ਜਿਹੜਾ ਹੈਗਾ ਜਿੰਨਾ ਪਾਰਟ ਸਾਡੇ ਕੋਲ ਹੈ ਉਹ, ਤੇ ਪਲੱਸ ਜਿਹੜਾ ਪਾਕਿਸਤਾਨ ਨੇ ਆਕੂਪਾਈ ਕੀਤਾ ਹੋਇਆ ਉਹ, ਇਹ ਸਾਰਾ ਕਸ਼ਮੀਰ ਇੱਕ ਹੈ ਤੇ ਸਾਰੇ ਕਸ਼ਮੀਰ 'ਤੇ ਸਾਡਾ ਕਲੇਮ ਹੈ। ਤੇ ਅਗਰ ਇਹ ਜਿਹੜੀ ਮੂਵ ਚੱਲਦੀ ਹੈ ਕਿ 5 ਹੀ ਕੇਵਲ ਭਾਸ਼ਾਵਾਂ ਜਿਹੜੀਆਂ ਨੇ, ਉਹ 'ਚ ਡੋਗਰੀ ਹੈ, ਹਿੰਦੀ ਹੈ, ਅੰਗਰੇਜ਼ੀ ਹੈ, ਉਰਦੂ ਹੈ, ਕਸ਼ਮੀਰੀ ਹੈ, ਇਸ ਨੂੰ ਮਾਨਤਾ ਦੇ ਰਹੇ ਹੋ,
ਤੇ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ, ਜਿਹੜੀ ਉੱਥੇ ਬੋਲੀਆਂ ਜਾ ਰਹੀਆਂ ਨੇ ਅੱਗੇ ਜਾ ਕੇ, ਉਹਨਾਂ ਬੋਲੀਆਂ ਨੂੰ ਤੁਸੀਂ ਮਾਨਤਾ ਨਹੀਂ ਦੇ ਰਹੇ। ਇਹਦਾ ਮਤਲਬ ਕਿ ਕੀ ਅਸੀਂ ਆਪਣਾ ਕਲੇਮ ਉਸ ਕਸ਼ਮੀਰ ਤੇ ਕੋਈ ਇਨਡਾਇਰੈਕਟ ਤਰੀਕੇ ਨਾਲ ਛੱਡਦੇ ਪਏ ਆ? ਇਹ ਇੱਕ ਬਹੁਤ ਹੀ ਗਲਤ ਮੂਵ ਹੈ। ਔਰ ਕਿਸੇ ਵੀ ਸਿਆਣੇ ਭਾਸ਼ਾ ਵਿਗਿਆਨੀ ਦੇ, ਜਿਹੜੇ ਭਾਸ਼ਾ ਦੇ ਲਿੰਗੁਇਸਟਿਕ ਐਂਥਰੋਪੋਲੋਜਿਸਟ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦੀ ਸਲਾਹ ਨਹੀਂ ਲਈ ਗਈ। ਕੇਵਲ ਇਹ ਪਾਰਟੀ ਜਿਹੜੀ ਹੈ, ਬੀਜੇਪੀ ਪਾਰਟੀ ਜਿਹੜੀ ਜੰਮੂ ਦੀ ਹੈ, ਉਹਨਾਂ ਦੀ ਰეკਮੈਂਡੇਸ਼ਨ ਤੇ ਜਿਹੜੀ ਹੈ ਆਪਣੀ ਸੈਂਟਰਲ ਕੈਬਨਿਟ ਨੇ ਇਹ ਜਿਹੜਾ ਪਾਸ ਕਰ ਦਿੱਤਾ ਹੈ, ਔਰ ਇਸ ਨੂੰ ਹੁਣ ਪਾਰਲੀਮੈਂਟ ਦੇ ਕੋਲ ਲਿਜਾ ਕੇ ਇਹਦੇ ਤੇ ਮੋਹਰ ਲਾਈ ਜਾਏਗੀ। ਸਰ ਇੱਕ ਹੋਰ ਸਭ ਤੋਂ ਵੱਡੀ ਦੁਖਾਂਤ ਵਾਲੀ ਗੱਲ ਹੁੰਦੀ ਹੈ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ, ਸਿੱਖ ਬਾਰੇ ਹਿੰਦੂ ਭਾਈਚਾਰਾ ਘੱਟ ਹੈ। ਹੁਣ ਲੱਗਦਾ ਕਿ ਉੱਥੇ ਵੀ ਜਿਹੜਾ ਜੰਮੂ ਦੇ ਵਿੱਚ ਪ੍ਰੋਟੈਸਟ ਹੋ ਰਿਹਾ, ਉਹ ਵੀ ਉਸ ਪ੍ਰੋਟੈਸਟ ਨੂੰ ਬਦਕਿਸਮਤੀ ਕਹਿ ਲਓ ਉਹ ਸਿੱਖ ਹੀ ਲੀਡ ਕਰ ਰਹੇ ਨੇ। ਦੂਜੇ ਜਿਹੜੇ ਲੋਕ ਨੇ, ਜਿਹੜੇ ਡੋਗਰੀ ਬੋਲਣ ਵਾਲੇ ਲੋਕ ਆ, ਉਹ ਨਹੀਂ ਨਾਲ ਜੁੜ ਰਹੇ ਹੈਗੇ। ਦੇਖੋ, ਲੋਕਾਂ ਨੂੰ ਇਹਦੇ ਬਾਰੇ ਇੰਨੀ ਸੋਝੀ ਨਹੀਂ ਹੈ ਕਿ ਅੱਜ ਤੁਸੀਂ ਡੋਗਰੀ ਨੂੰ ਅਲੱਗ ਤੌਰ ਤੇ ਇੱਕ ਤੁਸੀਂ ਰਿਕੋਗਨਾਈਜ਼ ਵੀ ਕਰਾ ਲਈ, ਕੌਨਸਟੀਟਿਊਸ਼ਨ ਨੇ ਮਾਨਤਾ ਵੀ ਦੇ ਦਿੱਤੀ ਹੋਈ 2003 ਤੋਂ। ਲੇਕਿਨ ਜਿਹੜਾ ਪੁਰਾਣਾ, ਇਹ ਫਿਰ ਇੱਕ ਬੋਲਣ ਵਾਲੀ ਭਾਸ਼ਾ ਰਹਿ ਜਾਏਗੀ। ਮਤਲਬ ਦੇਖੋ, ਇੱਕ ਪੰਜਾਬੀ ਇੱਕ ਵੱਡੀ ਲਕੀਰ ਹੈ, ਉਸ ਦੇ ਸਾਹਮਣੇ ਤੁਸੀਂ ਇੱਕ ਛੋਟੀ ਡੋਗਰੀ ਦੀ ਲਕੀਰ ਖਿੱਚਦੇ ਪਏ ਹੋ। ਇਸ ਦਾ ਨੁਕਸਾਨ ਜਿਹੜਾ ਹੈਗਾ ਡੋਗਰੀ ਭਾਸ਼ਾ ਨੂੰ ਹੋਏਗਾ, ਡੋਗਰੀ ਬੋਲਣ ਵਾਲੇ ਲੋਕਾਂ ਨੂੰ ਹੋਏਗਾ, ਕਿਉਂਕਿ ਕੌਨਸਟੀਟਿਊਸ਼ਨ 'ਚ ਡੋਗਰੀ ਆਉਣ ਨਾਲ ਫਾਇਦਾ ਕੀ ਹੋਏਗਾ? ਕਹਿ ਰਹੇ ਕਿ ਜੰਮੂ ਕਸ਼ਮੀਰ ਦੇ ਵਿੱਚ 1 ਕਰੋੜ 10 ਲੱਖ ਦੇ ਆਸ-ਪਾਸ ਲੋਕੀ ਕਸ਼ਮੀਰੀ ਬੋਲਦੇ ਨੇ। ਕੋਈ 70 ਤੋਂ ਲੈ ਕੇ 80 90 ਤੱਕ ਜਿਹੜਾ ਰਫ ਜਾਈਡ ਆ, ਉਹ ਡੋਗਰੀ ਬੋਲਦੇ ਨੇ। ਹੁਣ ਜਿਹੜੇ ਡੋਗਰੀ ਨੇ, ਜਦ ਹੁਣ ਇਹ ਉੱਥੋਂ ਦੀ ਗੱਲ ਹੋ ਗਈ ਕਿ ਤੁਹਾਡੀ ਜਿਹੜਾ ਸੈਂਸਸ ਆਏਗਾ 21 ਦੇ ਵਿੱਚ, ਤੇ ਤੁਹਾਡੀ ਭਾਸ਼ਾ ਕਿਹੜੀ ਹੋਗੀ, ਉਹ ਫਿਰ ਤਾਂ ਪੰਜਾਬੀ ਲਿਖਾਉਣਗੇ ਜਾਂ ਮੇਰਾ ਵਾਰ-ਵਾਰ ਕਿ ਜਾਂ ਹਿੰਦੀ ਲਿਖਾਉਣਗੇ, ਕਿਉਂਕਿ ਹਿੰਦੀ ਕਦੇ ਵੀ ਜੰਮੂ ਕਸ਼ਮੀਰ ਦੇ ਵਿੱਚ ਭਾਸ਼ਾ ਨਹੀਂ ਰਹੀ ਹੈਗੀ। ਕਿਉਂਕਿ ਜਾਂ ਉੱਥੇ ਕਸ਼ਮੀਰੀ ਬੋਲਦੇ ਜਾਂ ਡੋਗਰੀ ਬੋਲਦੇ ਰਹੇਗੇ, ਉਹ ਡੋਗਰੀ ਲਿਖਾਣਗੇ, ਕਿਉਂਕਿ ਹੁਣ ਕੌਨਸਟੀਟਿਊਸ਼ਨ ਨੇ ਤਾਂ ਮਾਨਤਾ ਦਿੱਤੀ ਹੋਈ ਹੈ। ਹੁਣ ਉਹ ਪੰਜਾਬੀ ਤਾਂ ਨਹੀਂ ਲਿਖਾਣਗੇ। ਪੰਜਾਬੀ ਤੋਂ ਕੀ ਨਫ਼ਰਤ ਹੈ ਜੀ ਸੈਂਟਰ ਸਰਕਾਰ ਨੂੰ, ਜਾਂ ਜਿਹੜੇ ਬੀਜੇਪੀ ਜੰਮੂ 'ਚ ਬੈਠੀ ਹੈਗੀ ਜੀ? ਉਹੀ ਹੈ ਕਿ ਇਸ ਨੂੰ ਪੰਜਾਬ ਦੇ ਨਾਲੋਂ ਬਿਲਕੁਲ ਡੀਲਿੰਕ ਕੀਤਾ ਜਾਏ। ਹਾਲਾਂਕਿ ਸਾਡਾ ਨੈਚੁਰਲ ਸਾਡਾ ਏਰੀਆ ਹੈਗਾ ਜੰਮੂ ਵਾਲਾ ਏਰੀਆ, ਤਾਂ ਨੈਚੁਰਲ ਪੰਜਾਬੀ ਸਪੀਕਿੰਗ ਏਰੀਆ, ਇਸ ਨੂੰ ਡੀਲਿੰਕ ਤਾਂ ਇੱਦਾਂ ਕਾਨੂੰਨ ਬਣਾ ਕੇ ਤੇ ਨਹੀਂ ਕੀਤਾ ਜਾ ਸਕਦਾ। ਇਹ ਗਲਤ ਹੈ। ਲੇਕਿਨ ਕਿਤੇ ਨਾ ਕਿਤੇ ਇਸ ਦਾ ਜਿਹੜੀ ਬੈਕ ਆਫ ਦਾ ਮਾਈਂਡ ਹੈਗਾ, ਉਹ ਮੈਂ ਫਿਰ ਕਹਾਂਗਾ ਕਿ ਧਰਮੀ ਹੀ ਹੈਗਾ, ਜਿਹਦੇ ਕਰਕੇ ਇਸ ਨੂੰ ਮਤਲਬ ਇਹ ਕੀਤਾ ਜਾ ਰਿਹਾ। ਉਹਦੇ ਵੋਟ ਬੈਂਕ ਦਾ ਸਾਰਾ ਚੱਕਰ ਹੈਗਾ, ਅਦਰਵਾਈਜ਼ ਦਾ ਕੋਈ ਹੈ ਨਹੀਂ ਸੀ। ਜੰਮੂ ਕਸ਼ਮੀਰ ਪੰਜਾਬੀ ਬੋਲਦੇ, ਹਿਮਾਚਲ 'ਚ ਬੋਲਦੇ, ਹਰਿਆਣੇ 'ਚ ਬੋਲਦੇ ਨੇ, ਚੰਡੀਗੜ੍ਹ ਸਾਡਾ ਪੰਜਾਬ ਆ, ਰਾਜਸਥਾਨ ਬੋਲਦੇ, ਦਿੱਲੀ ਬੋਲਦੇ, ਹਰ ਸਟੇਟ 'ਚ ਜਿੱਥੇ ਪੰਜਾਬੀ, ਈਵਨ ਕਿ ਹੁਣ ਬਾਹਰਲੇ ਵਿਦੇਸ਼ਾਂ ਦੇ ਵਿੱਚ ਵੀ ਕੈਨੇਡੀਅਨ ਗੌਰਮੈਂਟ ਨੇ ਉੱਥੇ ਪੰਜਾਬੀ ਭਾਸ਼ਾ ਨੂੰ ਦਰਜਾ ਦਿੱਤਾ। ਅਗਰ ਇੱਥੇ ਹੀ ਪੰਜਾਬੀ ਭਾਸ਼ਾ ਦੇ ਤਲਵਾਰ ਲਟਕਾਉਂਦੇ, ਬੰਸੀ ਲਾਲ ਉਹਨਾਂ ਤਾਮਿਲ ਨੂੰ ਦੇਤਾ, ਹੁੱਡਾ ਖੱਟੜ ਸਾਹਿਬ ਆਏ ਨੇ ਉਹਨਾਂ ਹੋਰ ਭਾਸ਼ਾ ਨੂੰ ਦੇਤਾ, ਰਾਜਸਥਾਨ ਦੇ ਵਿੱਚ ਸਿੰਧੀ ਡਾਤੀ, ਪੰਜਾਬੀ ਡਾਤੀ। ਇਹ ਲੱਗਦਾ ਕਿ ਜਿਹੜੀ ਬੀਜੇਪੀ ਜਾਂ ਜਿਹੜੀ ਸਰਕਾਰਾਂ ਜਾਂ ਕਰ ਰਹੀ, ਉਹਨਾਂ ਨੂੰ ਲੱਗਦਾ ਹੈਗਾ ਕਿ ਨਹੀਂ, ਭਾਸ਼ਾ 'ਤੇ ਹਮਲਾ ਕਰੋ ਜਾਂ ਭਾਸ਼ਾ ਨੂੰ ਧਰਮ ਦੇ ਨਾਮ 'ਤੇ ਜੋੜੋ, ਵੀ ਹਿੰਦੀ ਬੋਲਣ ਵਾਲੇ ਲੋਕ ਹਿੰਦੂ ਨੇ ਤੇ ਜਿਹੜੇ ਹਿੰਦੂ ਨੇ ਉਹ ਬੀਜੇਪੀ ਦੇ ਨੇ। ਇਹ ਬੜਾ ਵੱਡਾ ਇੱਕ ਮਸਲਾ ਹੈਗਾ, ਕਿਉਂਕਿ ਕਾਂਗਰਸ ਪਾਰਟੀ ਨੇ ਆਜ਼ਾਦੀ ਦੀ ਮੂਵਮੈਂਟ 'ਤੇ ਉਦੋਂ ਹੀ ਇਹਨਾਂ ਨੇ ਜਿਹੜੇ ਡਿਸੀਜਨ ਲਏ ਹੋਏ ਸੀਗੇ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਸੀਂ ਜਿਹੜੀ ਐਡਮਿਨਿਸਟ੍ਰੇਟਿਵ ਬਾਉਂਡਰੀਆਂ ਸਟੇਟਾਂ ਦੀਆਂ ਨੂੰ ਬਦਲ ਕੇ ਭਾਸ਼ਾ ਦੇ ਆਧਾਰ 'ਤੇ ਇਹਨੂੰ ਕਰਾਂਗੇ। ਚਲੋ ਚੰਗੀ ਗੱਲ ਹੈ ਕਿ ਇੱਕ ਭਾਸ਼ਾ ਦੇ ਆਧਾਰ 'ਤੇ ਤੁਸੀਂ ਕਰ ਲਓ, ਲੇਕਿਨ ਕਈ ਚੀਜ਼ਾਂ ਹਿਸਟੋਰੀਕਲ ਹੈ ਨੇ ਜਿਹੜੀਆਂ ਨਹੀਂ ਕੀਤੀਆਂ ਜਾਂਦੀਆਂ ਸੀ, ਕਿਉਂਕਿ ਐਕਸੈਪਸ਼ਨ ਜਿਹੜੀ ਰੱਖਣੀ ਚਾਹੀਦੀ ਸੀ ਹਮੇਸ਼ਾ ਹੀ। ਸੋ ਉਸੇ ਭਾਸ਼ਾ ਦੇ ਆਧਾਰ 'ਤੇ ਹੀ ਪੰਜਾਬੀ ਸੂਬੇ ਦੀ ਮੰਗ ਹੋਈ, ਅਤੇ ਪੰਜਾਬੀ ਸੂਬੇ ਦੀ ਮੰਗ ਕਰਦੇ ਕਰਦੇ ਪੰਜਾਬੀ ਸੂਬਾ 'ਤੇ ਕਹਿੰਦੇ ਗਏ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਤਾਂ ਪਤਾ ਕਰ ਲਈਏ ਕਿ ਪੰਜਾਬੀ ਬੋਲਣ ਵਾਲੇ ਲੋਕ ਕਿੰਨੇ ਕੁ ਹਨ। ਦੇਖੋ, ਸਾਰੀ ਜਿਹੜੇ ਅੰਬਾਲਾ ਜ਼ਿਲ੍ਹਾ, ਜਿੱਦਾਂ ਮੈਂ ਪਹਿਲੇ ਦੱਸਿਆ, ਜਿਹੜੀ ਵੈਲੀ ਹੈ, ਕੁੱਲੂ ਵੈਲੀ ਹੈ, ਕਾਂਗੜਾ ਵੈਲੀ ਹੈ, ਸ਼ਿਮਲਾ ਵਾਲਾ ਏਰੀਆ ਹੈ, ਇਹ ਸਾਰੇ ਪੰਜਾਬੀ ਬੋਲਦੇ ਨੇ। ਤੁਸੀਂ ਇਹਨਾਂ ਨਾਲ ਗੱਲ ਕਰਕੇ ਦੇਖੋ ਕਦੀ ਵੀ, ਜੋ ਇਹ ਬੋਲਦੇ ਨੇ ਭਾਸ਼ਾ, ਉਹ ਪਹਾੜੀ ਅਤੇ ਡੋਗਰੀ ਮਿਕਸ ਹੈਗੀ ਹੈ, ਉਹ ਹਿੰਦੀ ਨਹੀਂ ਹੈ। ਅਤੇ ਪਹਾੜੀ ਅਤੇ ਡੋਗਰੀ ਮੈਂ ਫਿਰ ਕਹਾਂਗਾ ਕਿ ਪੰਜਾਬੀ ਦੀਆਂ ਉਪ ਭਾਸ਼ਾਵਾਂ ਨੇ। ਅਸੀਂ ਉਸ ਵੇਲੇ ਕਦੀ ਕਿਹਾ ਹੀ ਨਹੀਂ ਕਿ ਇਹ ਅਲੱਗ ਕਿਉਂ ਕਰਨ ਲੱਗੇ ਹੋ। ਅੱਜ ਕਿੰਨੇ ਕੀ ਪੰਜਾਬੀ ਬੋਲਦੇ ਹੈਗੇ? ਅਗਰ ਕਹਿੰਦੇ ਸਾਡੇ ਨਾਲੋਂ, ਜਦੋਂ ਤੁਸੀਂ ਜ਼ਿਕਰ ਕੀਤਾ ਕਿ ਪਾਕਿਸਤਾਨ ਦੇ ਵਿੱਚ ਜ਼ਿਆਦਾ ਬੋਲਦੇ, ਪਰ ਪੂਰੇ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਬੋਲਦੇ, ਪੂਰੇ ਵਰਲਡ ਦੇ ਵਿੱਚ ਵੀ ਤਾਂ ਪੰਜਾਬੀ ਵਸੇ, ਉਹ ਵੀ ਤਾਂ ਗਿਣਤੀ ਕਾਫੀ ਹੋ ਗਈ ਨੇ। ਪੰਜਾਬ ਦੇ ਲੋਕ ਜਿੱਥੇ ਜਿੱਥੇ ਵੀ ਵਸੇ ਨੇ, ਹਿੰਦੁਸਤਾਨ ਦੇ ਬੇਸ਼ਰ ਸ਼ਹਿਰਾਂ 'ਚ ਵਸੇ ਨੇ,
ਔਰ ਅੱਛੀ ਬਿਜ਼ਨਸ ਕਮਿਊਨਿਟੀ ਵੀ ਹੈ, ਟਰਾਂਸਪੋਰਟ ਦੇ ਵਿੱਚ ਵੀ ਨੇ। ਔਰ ਹੁਣ ਤਾਂ ਖੈਰ ਵੱਡੇ ਸ਼ਹਿਰਾਂ 'ਚ ਜਿੱਦਾਂ ਬੰਬੇ 'ਚ, ਬੈਂਗਲੌਰ 'ਚ, ਪੂਨੇ 'ਚ ਬਹੁਤ ਸਾਰੇ ਪੰਜਾਬੀ ਲੋਕ ਨੇ ਔਰ ਪੰਜਾਬੀ ਬੋਲਦੇ ਨੇ ਲੋਕ, ਐਸਾ ਵੀ ਨਹੀਂ ਕਿ ਉਹ ਨਹੀਂ ਬੋਲਦੇ। ਚਲੋ ਇੰਗਲਿਸ਼ ਦਾ ਜਿਹੜਾ ਆਈਟੀ ਇੰਡਸਟਰੀ 'ਚ ਜ਼ਿਆਦਾ ਵਹਾਅ ਹੈ, ਤੋ ਇਸ ਕਰਕੇ ਪੰਜਾਬੀ ਬੋਲਣਾ ਇੱਕ ਅੱਛਾ ਸਮਝਿਆ ਜਾਂਦਾ। ਕਿਤੇ ਵੀ ਬੰਦਾ ਕੋਈ ਪੰਜਾਬੀ ਬੋਲਦਾ, ਤੇ ਹੁਣ ਤਾਂ ਪੰਜਾਬੀ ਲੋਕ ਪ੍ਰਾਊਡ ਨਾਲ ਪੰਜਾਬੀ ਬੋਲਦੇ ਨੇ। ਕੈਨੇਡਾ ਦੇ ਵਿੱਚ ਮੈਂ ਦੇਖਿਆ ਬੋਲਦੇ ਨੇ, ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਪਰ ਫਿਰ ਵੀ ਕਿਸੇ ਦੀ ਕੋਈ ਭਾਸ਼ਾ ਬੋਲੇ, ਜਿੰਨੀ ਦੇਰ ਅਸੀਂ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਤੇ ਦੂਜੇ ਦੀ ਭਾਸ਼ਾ ਨੂੰ ਨਫ਼ਰਤ ਨਹੀਂ ਕਰਦੇ, ਸਾਲ ਰਾਈਟ, ਕੋਈ ਪ੍ਰੋਬਲਮ ਨਹੀਂ ਹੈ। ਔਰ ਜੇ ਮੈਂ ਕਿਸੇ ਦੀ ਭਾਸ਼ਾ ਦੂਜੀ ਸਮਝ ਸਕਦਾ, ਨਾ ਤੇ ਮੈਨੂੰ ਉਹਦਾ ਮਜ਼ਾਕ ਉਡਾਉਣਾ ਚਾਹੀਦਾ, ਤੇ ਨਾ ਭਾਸ਼ਾ ਦੇ ਆਧਾਰ ਤੇ ਕਿਸੇ ਨੂੰ ਬੁਰਾ ਭਲਾ ਕਹਿਣਾ ਚਾਹੀਦਾ ਕਿ ਵੀ ਗਲਤ ਹੈ ਜਾਂ ਠੀਕ ਹੈ। ਸਰ ਇੱਕ ਹੋਰ, ਜਦੋਂ ਸੰਵਿਧਾਨ ਨੇ 22 ਭਾਸ਼ਾ ਨੂੰ ਮਾਨਤਾ ਦਿੱਤੀ ਹੈ, ਫਿਰ ਤੋਂ 22 ਤੋਂ ਤੱਕ ਫਿਰ ਜਿਸ ਤਰ੍ਹਾਂ ਤੁਸੀਂ ਕਹੇ ਕਿ 1600 ਦੇ ਕਰੀਬ, ਫਿਰ ਤਾਂ ਸਾਰੀਆਂ ਭਾਸ਼ਾਵਾਂ ਨੂੰ ਮਾਨਤਾ ਦੇ ਦਿਓ। ਕਈ ਸੰਵਿਧਾਨ ਦੀ ਵੀ ਪਾਲਣਾ ਨਹੀਂ ਕਰਦੇ, ਕਿ ਸੰਵਿਧਾਨ ਨੂੰ ਅਸੀਂ ਲੀਰੋ ਲੀਰ ਕਰਨ ਦੀ ਸਾਡੀ ਆਦਤ ਬਣ ਚੁੱਕੀ ਹੈ। ਦੇਖੋ, ਸੰਵਿਧਾਨ ਦੇ ਵਿੱਚ ਜਿਹੜੀ ਅਮੈਂਡਮੈਂਟ ਕਰਕੇ ਕੋਈ ਵੀ ਭਾਸ਼ਾ ਨੂੰ ਦਰਜ ਕਰਨ ਤੋਂ ਪਹਿਲੇ ਜਿਹੜੀ ਹੈ ਲਿੰਗੁਇਸਟਿਕ ਐਂਥਰੋਪੋਲੋਜਿਸਟ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ। ਸਿੰਪਲ ਇਹ ਨਹੀਂ ਹੈ ਕਿ ਕਿਹੜਾ ਵੋਟ ਬੈਂਕ ਹੈ, ਕਿੱਥੋਂ ਸਾਨੂੰ ਫਾਇਦਾ ਹੈ, ਤੇ ਪਾਰਟੀ ਸਾਡੀ ਉਸ ਏਰੀਏ 'ਚ ਉਹਦੀ ਰეკਮੈਂਡੇਸ਼ਨ ਕੀ ਹੈ, ਤੇ ਜਿਹਦੀ ਸਰਕਾਰ ਹੈ ਭਾਸ਼ਾ ਐਡ ਕਰੀ ਜਾਓ। ਮੰਨ ਲਓ ਜਿਹੜੀ 1950 ਦੇ ਵਿੱਚ ਭਾਸ਼ਾਵਾਂ ਸੀ, ਉਹਨਾਂ 'ਚ ਸਭ ਤੋਂ ਪਹਿਲੇ ਮੇਰੇ ਖਿਆਲ ਮਨੀਪੁਰੀ ਕੁਝ 60 ਦੇ ਵਿੱਚ ਕੀਤੀ ਗਈ ਐਡ। ਮਨੀਪੁਰੀ ਇੱਕ ਫੁੱਲ ਫਲੈਜ ਲੈਂਗੁਏਜ ਹੈ, ਕਰਨੀ ਚਾਹੀਦੀ ਸੀ 1950 'ਚ ਹੀ ਕਰਨੀ, ਉਦੋਂ ਕਿਉਂ ਨਹੀਂ ਕੀਤੀ ਗਈ। ਨਾਗਾਲੈਂਡ ਚਾਹੇ ਇੱਕ ਛੋਟੀ ਜਿਹੀ ਸਟੇਟ ਹੈਗੀ ਹੈ, ਨਾਗਾਲੈਂਡ ਦਾ ਵੀ ਏਰੀਆ ਜਿਹੜਾ ਹੈ ਬਰਮਾ 'ਚ ਸਪਰੈਡ ਹੈ, ਅਰੁਣਾਚਲ ਸਪਰੈਡ ਹੈ, ਅਸਾਮ ਤੱਕ ਸਪਰੈਡ ਹੈ ਨਾਗਾ ਏਰੀਆ, ਨਾਗਾ ਸਪੀਕਿੰਗ ਏਰੀਆਜ਼। ਚਲੋ ਉਹ ਵੱਖਰੀ ਗੱਲ ਹੈ ਕਿ ਇਹਨਾਂ ਨੇ ਐਡਮਿਨਿਸਟ੍ਰੇਟਿਵ ਯੂਨਿਟ ਇੱਕ ਬਣਾਇਆ ਹੈਗਾ, ਲੇਕਿਨ ਨਾਗਾ ਦੀਆਂ ਜਿਹੜੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਹੈਗੀ ਇਹ 22 ਲੈਂਗੁਏਜ ਅੱਜ ਵੀ ਨਹੀਂ ਹੈਗੀ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਪੱਖਪਾਤ ਜਿਹੜਾ ਹੈਗਾ ਵੱਖ-ਵੱਖ ਲੋਕਾਂ ਖਿੱਤਿਆਂ 'ਚ ਰਹਿਣ ਵਾਲੇ ਲੋਕਾਂ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਹੈ। ਤੇ ਕਨਸਟੀਟਿਊਸ਼ਨ 'ਚ ਭਾਸ਼ਾ ਨੂੰ ਐਵੇਂ ਨਹੀਂ ਕਿ ਕੋਈ ਡਿਮਾਂਡ ਆਈ ਹੈ ਤੇ ਕਰ ਦਿਓ ਐਡ। ਇਹ ਜਿਹੜੀਆਂ ਉਪ ਭਾਸ਼ਾਵਾਂ ਨੂੰ ਜਿਹੜੀ ਐਡ ਕਰਨ ਦੀ ਪ੍ਰਥਾ ਚੱਲੀ ਹੈ, ਅਲਟੀਮੇਟਲੀ ਇਹ ਭਾਸ਼ਾ ਦਾ ਇੱਕ ਨਵਾਂ ਜਿਹੜਾ ਝਗੜਾ ਹੈ ਆਉਣ ਵਾਲੇ ਸਮੇਂ 'ਚ ਸ਼ੁਰੂ ਹੋ ਜਾਏਗਾ ਇਹਦੇ ਨਾਲ। ਜਿਸ ਤਰ੍ਹਾਂ ਕਿ ਪਿੱਛੇ ਜੇ ਰਿਪੋਰਟਾਂ ਆਈਆਂ ਕਿ ਜਿਹੜੀ ਯੂਨੈਸਕੋ ਦੀ ਰਿਪੋਰਟ ਆਈ ਹੈ ਕਿ ਅਗਲੀਆਂ ਜਿਹੜੀਆਂ 50 ਸਾਲਾਂ ਦੇ ਵਿੱਚ ਜਿਹੜੀਆਂ ਬੋਲੀਆਂ ਖਤਮ ਹੋਣੀਆਂ ਨੇ, ਉਹਨਾਂ 'ਚੋਂ ਪੰਜਾਬੀ ਵੀ ਹੈ। ਤੁਹਾਨੂੰ ਲੱਗਦਾ ਕਿ ਇਦਾਂ ਦੀਆਂ ਅਗਰ ਸ਼ਰਾਰਤਾਂ ਹੁੰਦੀਆਂ ਰਹੇ ਜਾਂ ਮਾਂ ਬੋਲੀ ਤੋਂ ਲੋਕਾਂ ਨੂੰ ਇੱਕ ਵੋਟ ਬੈਂਕ ਦੇ ਲਾਲਚ ਦੇ ਨਾਲ ਦੂਰ ਕੀਤਾ ਗਿਆ, ਤੇ ਪੰਜਾਬੀ ਵਾਕਈ ਖਤਰੇ 'ਚ ਆ? ਦੇਖੋ ਜੀ, ਇੱਦਾਂ ਹੈ ਕਿ ਜਿਉਂ-ਜਿਉਂ ਅਸੀਂ ਪੰਜਾਬ ਤੇ ਪੰਜਾਬੀ ਦਾ ਏਰੀਆ ਸੌੜਾ ਕਰਦੇ ਜਾਵਾਂਗੇ, ਤੇ ਪੰਜਾਬੀ ਤਾਂ ਨੈਚੁਰਲੀ ਹਟਦੀ ਜਾਏਗੀ। ਅੱਜ ਅਸੀਂ ਹਿਮਾਚਲ ਦਾ ਅੰਬਾਲਾ ਦਾ ਏਰੀਆ ਸਾਰਾ ਅਲੱਗ ਕਰ ਲਿਆ, ਉੱਥੇ ਨਾ ਪੰਜਾਬੀ ਪੜ੍ਹਾਈ ਜਾਂਦੀ ਹੈ, ਭਾਵੇਂ ਲੋਕ ਉੱਥੇ ਪੰਜਾਬੀ ਬੋਲਦੇ ਨੇ। ਪੰਜਾਬੀ ਜਦ ਪੜ੍ਹਾਈ ਨਹੀਂ ਜਾਏਗੀ ਤੇ ਹੌਲੀ ਹੌਲੀ ਉਹਨਾਂ ਇਹਦੇ 'ਚੋਂ ਪੰਜਾਬੀ ਖਤਮ ਹੋ ਜਾਏਗੀ, ਹੋ ਹੀ ਗਈ। ਠੀਕ ਹੈ ਜੀ, ਉਹ ਪੰਜਾਬੀ ਭਾਸ਼ਾ ਨੂੰ ਓਨ ਵੀ ਨਹੀਂ ਕਰਨਗੀਆਂ ਅਗਲੀਆਂ ਜਨਰੇਸ਼ਨਸ। ਤੇ ਤੁਸੀਂ ਇਹ ਦੇਖੋ ਕਿ ਕਈ ਏਰੀਆ ਜਿਹੜੇ ਨੇ, ਹੁਣ ਸੰਗਰੂਰ ਜ਼ਿਲ੍ਹੇ ਦਾ ਕੁਛ ਏਰੀਆ ਹੈਗਾ, ਉਹ ਦੂਜੀ ਬਾਗੜੀ ਬੋਲੀ ਬੋਲਦੇ ਨੇ। ਮੈਂ ਰਿਹਾ ਉੱਥੇ ਡੀਸੀ ਵੀ, ਤੇ ਕਿਉਂਕਿ ਉੱਥੇ ਪੰਜਾਬੀ ਪੜ੍ਹਾਈ ਜਾਂਦੀ ਸਕੂਲਾਂ 'ਚ, ਤੇ ਹੌਲੀ ਹੌਲੀ ਇਹਦਾ ਪੰਜਾਬੀਕਰਨ ਹੋ ਜਾਏਗਾ। ਇਸੇ ਤਰ੍ਹਾਂ ਜਿਹੜੇ ਏਰੀਏ ਅਸੀਂ ਦੇ ਦਿੱਤੇ, ਬਾਹਰ ਕੱਢਤੇ, ਉਹਨਾਂ ਦਾ ਹਿੰਦੀਕਰਨ ਹੋ ਗਿਆ, ਤੇ ਸਾਡੀ ਭਾਸ਼ਾ ਦਾ ਜਿਹੜਾ ਦਾਇਰਾ ਹੈ ਉਹ ਸੌੜਾ ਹੋ ਗਿਆ। ਇਸੇ ਤਰ੍ਹਾਂ ਹੀ ਜਿਹੜਾ ਜੰਮੂ ਵਾਲਾ ਏਰੀਆ ਇਹ ਹੁਣ ਨਿਕਲ ਗਿਆ, ਤੇ ਉੱਥੇ ਨਾ ਹੁਣ ਪੰਜਾਬੀ ਪੜ੍ਹਾਈ ਜਾਏਗੀ, ਨਾ ਲਿਖਣ 'ਚ ਆਏਗੀ, ਨਾ ਉਹਦਾ ਅੱਗੇ ਲਿਟਰੇਚਰ ਵਧੇਗਾ, ਤੇ ਨੈਚੁਰਲੀ ਪੰਜਾਬੀ ਦਾ ਦਾਇਰਾ ਸੌੜਾ ਤੇ ਪੰਜਾਬ 'ਚ ਤਾਂ ਬਦਕਿਸਮਤੀ ਕਈ ਇਦਾਂ ਦੇ ਸਕੂਲ ਆ ਜਿਹੜੇ ਉੱਥੇ ਪੰਜਾਬੀ ਬੋਲਣ ਤੇ ਫਾਈਨ ਲਾਉਂਦੇ ਹੈਗੇ ਨੇ, ਉਹਦੇ ਆਪਸ਼ਨਲ ਆ। ਉਹ ਵੀ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਨਾ ਕਿ ਪੰਜਾਬ ਅਗਰ ਪੰਜਾਬੀ ਦਾ ਸੂਬਾ ਹੈਗਾ, ਚਾਹੇ ਜਿੱਦਾਂ ਦੇ ਮਰਜ਼ੀ ਕੋਈ ਵੱਡੇ ਤੋਂ ਵੱਡੇ ਸਕੂਲ ਹੈਗੇ ਨੇ, ਪਰ ਪੰਜਾਬੀ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ। ਉਹਦੇ 'ਚ ਸਾਡੇ ਸਾਰੇ ਦਾ ਕਸੂਰ ਹੈ ਕਿ ਅਸੀਂ ਆਪਣੀ ਲੈਂਗੁਏਜ ਨੂੰ ਆਪਣਾ ਇਨਕਰੇਜ ਕਰਨ ਤੋਂ ਔਰ ਉਹਨੂੰ ਇਨਰਿਚ ਕਰਨ ਤੋਂ ਅਸਮਰਥ ਰਹੇ ਹਾਂ। ਉਹ ਤਾਂ ਵੈਸੇ ਸਾਰੀਆਂ ਇੰਡੀਅਨ ਲੈਂਗੁਏਜ ਨਾਲ ਹੋਇਆ, ਕਿਉਂਕਿ ਜਿੰਨੀ ਸਾਇੰਸ ਤੇ ਜਿੰਨਾ ਵੀ ਬਾਕੀ ਲਿਟਰੇਚਰ ਹੈਗਾ ਆ, ਉਹ ਸਾਇੰਟੀਫਿਕ ਲਿਟਰੇਚਰ ਖਾਸ ਕਰਕੇ ਜਿਹੜਾ, ਜਾਂ ਮੈਡੀਕਲ ਐਜੂਕੇਸ਼ਨ, ਇੰਜੀਨੀਅਰਿੰਗ ਐਜੂਕੇਸ਼ਨ, ਉਹ ਸਾਰੀ ਇੰਗਲਿਸ਼ ਦੇ ਵਿੱਚ ਹੈਗੀ ਹੈ। ਅਸੀਂ ਉਹਦੇ ਜਿਹੜੇ ਢੁਕਵੇਂ ਵਰਡ ਜਿਹੜੇ ਸੀ ਆਜ਼ਾਦ ਕਰਕੇ ਉਹਨਾਂ ਦਾ ਤਰਜਮਾ ਆਪਣੀ ਭਾਸ਼ਾਵਾਂ 'ਚ ਨਾ ਕਰਦੇ ਹੋਏ ਅੰਗਰੇਜ਼ੀ 'ਤੇ ਡਿਪੈਂਡ ਰਹੇ, ਤੇ ਨੈਚੁਰਲੀ ਫਿਰ ਪੇਰੈਂਟਸ ਵੀ ਤੇ ਸਕੂਲ ਵਾਲੇ ਵੀ ਉਹ ਕਹਿੰਦੇ ਨੇ ਕਿ ਇੰਗਲਿਸ਼ ਇੱਕ ਐਸੀ ਲੈਂਗੁਏਜ ਜਿਹੜੀ ਤੁਸੀਂ ਅੱਗੇ ਜਾ ਕੇ ਪੜ੍ਹਨੀ ਹੈ ਤੇ ਜਿਸ ਨੇ ਤੁਹਾਨੂੰ ਇੰਪਲੋਇਮੈਂਟ ਦੇਣੀ ਹੈ। ਇਸ ਕਰਕੇ ਇਹ ਘਟਨਾਵਾਂ ਹੁੰਦੀਆਂ ਨੇ ਸਕੂਲਾਂ ਦੇ ਵਿੱਚ, ਔਰ ਬੜੇ ਪ੍ਰੋਮੀਨੈਂਟਲੀ ਲਿਖਿਆ ਹੁੰਦਾ ਇੰਗਲਿਸ਼ ਮੀਡੀਅਮ ਸਕੂਲ। ਚੰਗੀ ਗੱਲ ਹੈ, ਅੰਗਰੇਜ਼ੀ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਅੰਗਰੇਜ਼ੀ ਤੁਹਾਨੂੰ ਰੁਜ਼ਗਾਰ ਦਿੰਦੀ, ਪੜ੍ਹੋ ਜ਼ਰੂਰ,
ਲੇਕਿਨ ਆਪਣੀ ਭਾਸ਼ਾ ਦੀ ਕੀਮਤ ਤੇ ਨਹੀਂ ਕਿ ਆਪਣੀ ਮਾਂ ਬੋਲੀ ਛੱਡ ਕੇ ਅੰਗਰੇਜ਼ੀ ਪੜ੍ਹੋ ਤੇ ਉਸ ਨੂੰ ਪਹਿਲ ਦਿਓ, ਇਹ ਗਲਤ ਹੈਗਾ, ਉਹਦੇ ਨਾਲ ਨੁਕਸਾਨ ਵੀ ਹੋਇਆ। ਲੱਗਦਾ ਸਰ ਮੇਰਾ ਇੱਕ ਸਵਾਲ ਹੈ ਕਿ ਇਹ ਜਿਹੜਾ ਹੁਣ ਸੈਂਟਰ ਸਰਕਾਰ ਨੇ, ਪੰਜਾਬ ਦੇ ਲੋਕ ਵੀ, ਜੰਮੂ ਕਸ਼ਮੀਰ ਦੇ ਲੋਕ ਵੀ ਕਹਿ ਰਹੇ ਕਿ ਹਮਲਾ ਕੀਤਾ ਮਾਂ ਬੋਲੀ ਤੇ, ਕਿ ਅਕਰੋਸ ਦਾ ਪਾਰਟੀ, ਅਕਰੋਸ ਦਾ ਰਿਲੀਜਨ ਇਹ ਉੱਠ ਕੇ ਇੱਕ ਮੰਚ ਬਣਨਾ ਚਾਹੀਦਾ ਕਿ ਨਹੀਂ, ਪੰਜਾਬੀ ਉੱਥੇ ਕਾਇਮ ਰੱਖਣੀ ਗੌਰਮੈਂਟ ਦੀ ਬਹੁਤ ਜ਼ਰੂਰੀ ਹੈ। ਇਹ ਤਾਂ ਜੀ ਦੇਖੋ ਅਜੇ ਜਿਹੜਾ ਹੈਗਾ ਕੈਬਨਿਟ ਤੋਂ ਤੇ ਪਾਸ ਹੋ ਗਿਆ ਹੈਗਾ ਇਹ ਪ੍ਰਪੋਜ਼ਲ ਜਿਹੜੀ ਹੈ, ਹੁਣ ਇਹ ਪਾਰਲੀਮੈਂਟ ਨੇ ਫਾਈਨਲ ਮੋਹਰ ਲਾਣੀ ਹੈ, ਅਜੇ ਵੀ ਟਾਈਮ ਹੈ। ਔਰ ਮੇਰਾ ਇਹ ਖਿਆਲ ਹੈ ਕਿ ਜਿਹੜੀ 2003 ਦੇ ਵਿੱਚ ਅਮੈਂਡਮੈਂਟ ਹੋਈ, 92nd ਅਮੈਂਡਮੈਂਟ ਹੈ, ਉਸ ਨੂੰ ਰੀਵਿਜ਼ਿਟ ਕਰਨ ਦੀ ਲੋੜ ਹੈ। ਉਹ 'ਚ ਕੇਵਲ ਡੋਗਰੀ ਨਹੀਂ ਬਲਕਿ ਹੋਰ ਵੀ ਭਾਸ਼ਾਵਾਂ ਜਿਹੜੀਆਂ ਉਪ ਭਾਸ਼ਾਵਾਂ ਨੇ ਜਿਨ੍ਹਾਂ ਨੂੰ ਫੁੱਲ ਫਲੈਜ ਭਾਸ਼ਾ ਦਾ ਦਰਜਾ ਦਿੱਤਾ ਗਿਆ, ਉਸ ਨੂੰ ਮੇਨ ਭਾਸ਼ਾ ਅਬਲੀਕ ਉਸ ਦੀ ਉਪ ਬੋਲੀ ਦੇ ਅਧੀਨ ਹੀ ਮਾਨਤਾ ਦਿੱਤੀ ਜਾਣੀ। ਮੈਂ ਨਹੀਂ ਕਹਿੰਦਾ ਕਿ ਡੋਗਰੀ ਦੀ ਮਾਨਤਾ ਖਤਮ ਕਰ ਸੰਵਿਧਾਨ ਦਾ ਪੰਜਾਬੀ ਸਿਰਫ ਉਹ 'ਚ ਅਮੈਂਡਮੈਂਟ ਕਰਕੇ ਚੇਂਜ ਕਰਕੇ ਪੰਜਾਬੀ ਅਬਲੀਕ ਡੋਗਰੀ ਨੂੰ ਕਨਸਟੀਟਿਊਸ਼ਨ 'ਚ ਰਹਿਣ ਦਿਓ ਤੇ ਇੱਥੇ ਜਿਹੜੀ ਰਿਕੋਗਨੀਸ਼ਨ ਦੇਣੀ ਹੈ ਸਟੇਟ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੁਣ, ਇਹ ਵੀ ਜਿਹੜੀ ਹੈਗੀ ਹੈ ਇੱਥੇ ਵੀ ਪੰਜਾਬੀ ਅਬਲੀਕ ਡੋਗਰੀ ਕਿਉਂਕਿ ਪੰਜਾਬੀ ਦੀ ਉਪ ਭਾਸ਼ਾ ਹੋਵੇ। ਸੰਵਿਧਾਨ ਦਾ ਜਿਹੜਾ ਸ਼ਡਿਊਲ 6ਵਾਂ ਜਾਂ 8ਵਾਂ ਉਹਦੇ ਮੁਤਾਬਕ ਤਾਂ ਲੱਗਦਾ ਉਹਦੀ ਵੀ ਵਾਇਲੇਸ਼ਨ ਹੋਈ ਹੈ ਜੀ। ਸੰਵਿਧਾਨ 8 ਸ਼ਡਿਊਲ ਦੇ ਵਿੱਚ ਹੈ ਨੇ 22 ਇੰਡੀਅਨ ਲੈਂਗੁਏਜਸ। ਇਹ ਜਿਹੜੀ ਹੁਣ ਜਿਹੜੀ ਰਿਕੋਗਨੀਸ਼ਨ ਹੋ ਰਹੀ ਹੈ ਤੇ ਸਟੇਟ ਦੇ ਬਿਹਾਫ ਤੇ ਕਿਉਂਕਿ ਯੂਟੀ ਹੈ ਤੇ ਇਹਦੀ ਜਿਹੜਾ ਹੈਗਾ ਐਕਟ ਪਾਸ ਹੋਣਾ ਹੈਗਾ, ਕਾਨੂੰਨ ਪਾਸ ਹੋਣਾ ਪਾਰਲੀਮੈਂਟ ਤੋਂ ਹੋਣਾ, ਇਸ ਕਰਕੇ ਹੋ ਰਿਹਾ। ਵੈਸੇ ਤਾਂ ਦੇਖੋ ਲੋੜ ਨਹੀਂ ਹੈ, ਯੂਟੀ ਜਿਹੜੀ ਹੈਗੀ ਹੈ ਜੰਮੂ ਐਂਡ ਕਸ਼ਮੀਰ ਦੀ, ਉਹ ਅਸੈਂਬਲੀ ਵੀ ਬਣਨੀ ਹੈ, ਉਹਦੀ ਉਹ 'ਚ ਪ੍ਰੋਵੀਜ਼ਨ ਹੈ। ਅਜੇ ਤੱਕ ਪ੍ਰੈਜ਼ੀਡੈਂਟ ਰੂਲ ਹੈ ਨਾ, ਕੱਲ੍ਹ ਨੂੰ ਇਲੈਕਸ਼ਨ ਹੋਣੀ ਹੈ ਤੇ ਸੈਂਟਰ ਗਵਰਨਮੈਂਟ ਨੂੰ ਐਡੀ ਕਾਹਦੀ ਕਾਲੀ ਹੈ ਕਿ ਪ੍ਰੈਜ਼ੀਡੈਂਟ ਰੂਲ ਦੇ ਹੁੰਦਿਆਂ ਹੋਇਆਂ ਤੁਸੀਂ ਪਾਰਲੀਮੈਂਟ 'ਚ ਐਕਟ ਪਾਸ ਕਰਾ ਕੇ ਕਰਦੇ ਪਏ ਹੋ। ਯੂਟੀ ਬਣ ਲੈਣ ਦਿਓ, ਇਲੈਕਸ਼ਨ ਹੋ ਲੈਣ ਦਿਓ ਜੰਮੂ ਕਸ਼ਮੀਰ 'ਚ। ਜੰਮੂ ਕਸ਼ਮੀਰ ਦੀ ਅਸੈਂਬਲੀ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਜਿਹੜੀ ਮੱਦ ਹੈਗੀ ਹੈ, ਜਦੋਂ ਸਰਕਾਰ ਉੱਥੇ ਬਣ ਜਾਏਗੀ ਉਸ ਵੇਲੇ ਉਹਨਾਂ ਨੂੰ ਪਾਸ ਕਰ ਲੈਣ ਦਿਓ। ਆਪਾਂ ਨੇ ਕਾਹਦੀ ਕਾਲੀ ਹੈ? ਇਹ ਕਾਲੀ ਸ਼ਾਇਦ ਇਸੇ ਕਰਕੇ ਕੀਤੀ ਜਾਂਦੀ ਕਿ ਵੋਟ ਬੈਂਕ ਨੂੰ ਇਕੱਠਾ ਕੰਸੋਲੀਡੇਟ ਕਰਨ ਲਈ। ਬਿਲਕੁਲ, ਕਿਉਂਕਿ ਬਹੁਤ ਵੱਡਾ ਮਾਂ ਬੋਲੀ ਤੇ ਹਮਲਾ ਹੈ ਔਰ ਮਾਂ ਬੋਲੀ ਦਾ ਜਿਹੜਾ ਹਮਲਾ ਉਹ ਲਾਜ਼ਮੀ ਤੌਰ ਤੇ ਹੀ ਹੈ ਕਿ ਬੀਜੇਪੀ ਦੀ ਜਿਹੜੀ ਦਿਲੀ ਇੱਛਾ ਕਿ ਜੰਮੂ ਦੇ ਵਿੱਚ ਵੀ ਇੱਕ ਵੱਖਰਾ ਸਟੇਟ ਬਣਾ ਕੇ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾਵੇ। ਪਰ ਜਿਹੜਾ ਮਾਂ ਬੋਲੀ ਤੇ ਹਮਲਾ ਕੀਤਾ ਜਾਂ ਪੰਜਾਬੀ ਮਾਂ ਬੋਲੀ ਤੇ ਹਮਲਾ ਕੀਤਾ, ਉਹਦੇ ਤੌਰ ਤੇ ਲਾਜ਼ਮੀ ਤੌਰ ਤੇ ਸਵਾਲ ਪੁੱਛੇ ਜਾ ਰਹੇ ਨੇ ਕਿ ਆਖਿਰ ਕਿਉਂ ਵਜ੍ਹਾ ਕਿ ਜਿਹੜੀ ਸੰਵਿਧਾਨ ਦੇ ਵਿੱਚ ਜਿਸ ਭਾਸ਼ਾ ਨੂੰ ਮਾਨਤਾ ਤੇ ਤੁਸੀਂ ਇੱਕ ਵੱਖਰਾ ਸੂਬਾ ਬਣਾਉਣ ਦੀ ਆੜ ਦੇ ਵਿੱਚ ਉਸ ਸੂਬੇ ਦੇ ਵਿੱਚ ਕਿਉਂ ਉਸ ਭਾਸ਼ਾ ਨੂੰ ਮੜਫੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਇਹ ਇੱਕ ਵੱਡਾ ਗੁਨਾਹ ਵੀ ਹੋ ਸਕਦਾ ਹੈ ਜਦੋਂ ਤੁਸੀਂ ਭਾਸ਼ਾ ਨੂੰ ਧਰਮ ਦੇ ਨਾਂ 'ਤੇ ਜੋੜ ਦਿੰਦੇ ਹੋ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਬੀ ਨਿਊਜ਼ ਚੰਡੀਗੜ੍ਹ।